ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫਿਰ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਬਹੁਤ ਹੀ ਦੁਖਦ ਤਸਵੀਰਾਂ ਤੁਹਾਡੇ ਨਾਲ ਫਿਰ ਸਾਂਝੀ ਕਰਨੀ ਪੈ ਰਹੀਆਂ ਨੇ। ਕੱਲ੍ਹ ਅਸੀਂ ਤੁਹਾਨੂੰ ਪੂਰਾ ਦਿਨ ਇਸ਼ੂ ਕਵਰ ਕਰਕੇ ਦਿਖਾਇਆ ਹੈ ਕਿ ਸੰਗਤ ਦੇ ਨਾਲ ਭਰੀ ਹੋਈ ਟਰਾਲੀ ਜਿਹੜੀ ਹਾਦਸਾਗ੍ਰਸਤ ਹੋ ਜਾਂਦੀ ਹੈ, ਜਿਹੜੀ ਗੁਰੂ ਘਰ ਦੇ ਦਰਸ਼ਨਾਂ ਨੂੰ ਲਿਜਾ ਰਹੀ ਸੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਦੇ। ਸੋ ਉਸ ਤੋਂ 1.5-2 ਕਿਲੋਮੀਟਰ ਪਹਿਲਾਂ ਹੀ ਸਿਰਸਾ ਮੋੜ ਜਿਹੜਾ ਆਉਂਦਾ ਹੈ ਉੱਥੇ ਹਾਦਸਾਗ੍ਰਸਤ ਹੋ ਚੁੱਕੀ ਹੈ ਅਤੇ ਜਿਹਦੇ ਵਿੱਚ ਕਈ ਜਣੇ ਅਜੇ ਵੀ ਗੰਭੀਰ ਰੂਪ ਦੇ ਨਾਲ ਘਾਇਲ ਨੇ। ਸੋ ਉਸੇ ਹੀ ਪਿੰਡ ਦੇ ਵਿੱਚ ਪਹੁੰਚੇ ਹਾਂ। ਬਹੁਤ ਹੀ ਗਮਜ਼ਦਾ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀਆਂ ਨੇ, ਲੇਕਿਨ ਮੈਸੇਜ ਬੜੇ ਆ ਰਹੇ ਸੀ ਕਿ ਉੱਥੇ ਦੀਆਂ ਲਾਈਵ ਤਸਵੀਰਾਂ ਸਾਡੇ ਨਾਲ ਸਾਂਝੀ ਕਰਿਆ ਜੇ। ਸੋ ਅੰਤਮ ਸੰਸਕਾਰ ਦੀ ਤਿਆਰੀ ਕੀਤੀ ਜਾ ਰਹੀ ਹੈ, ਲਿਜਾਇਆ ਬੋਡੀ ਜਿਹੜੀ ਉਹਨਾਂ ਦੀ ਲਿਜਾਈ ਜਾ ਰਹੀ ਹੈ। ਸੋ ਉਸੇ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ। ਪ੍ਰਸ਼ਾਸਨਿਕ ਅਧਿਕਾਰੀ ਵੀ ਇੱਥੇ ਮੌਜੂਦ ਨੇ ਵੱਡੀ ਸੰਖਿਆ ਦੇ ਵਿੱਚ, ਅਤੇ ਬਹੁਤ ਹੀ ਆਲੇ ਦੁਆਲੇ ਦਾ ਸਾਰਾ ਜਿਹੜਾ ਭਾਈਚਾਰਾ ਹੈ ਉਹ ਇਸ ਵੇਲੇ ਪਹੁੰਚਿਆ ਹੋਇਆ ਉਹਨਾਂ ਨੂੰ ਅੰਤਮ ਵਿਦਾਈ ਦੇਣ ਦੇ ਲਈ। ਉਸੇ ਹੀ ਪਿੰਡ ਦੇ ਵਿੱਚ ਮੌਜੂਦ ਹਾਂ, ਤੁਹਾਨੂੰ ਉੱਥੇ ਹੀ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਦਾ ਇਕੱਠਾ ਇੱਕ ਹੀ ਥਾਂ 'ਤੇ ਅੰਤਮ ਸੰਸਕਾਰ ਕੀਤਾ ਜਾਣਾ, ਜਿਹਦੇ ਵਿੱਚ ਮਾਸੂਮ ਬੱਚਾ ਵੀ ਹੈ। ਸੋ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਉਸ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ। ਆਲੇ ਦੁਆਲੇ ਦਾ ਸਾਰਾ ਹੀ ਜਿਹੜਾ ਭਾਈਚਾਰਾ, ਸਾਡੀਆਂ ਸੰਸਥਾਵਾਂ ਸਾਰੀਆਂ ਮੌਕੇ 'ਤੇ ਪਹੁੰਚੀਆਂ ਹੋਈਆਂ ਨੇ, ਅਤੇ ਤੁਹਾਨੂੰ ਦਿਖਾ ਰਹੇ ਇਹ ਪਿੰਡ ਹੈ ਉਹ ਬਸਗਰ, ਜਿਹੜਾ ਕਿ ਸ਼ਕਤੀ ਫਾਰਮ ਦੇ ਲਾਗੇ ਪਿੰਡ ਹੈ, ਜਿੱਥੇ ਬਹੁਤ ਵੱਡਾ ਦੁਖਦ ਹਾਦਸਾ ਹੋਇਆ ਕੱਲ੍ਹ, ਅਤੇ ਕਈ ਲੋਕ ਅਜੇ ਬਹੁਤ ਹੀ ਜ਼ਖਮੀ ਨੇ, ਜਿਹੜੇ ਜ਼ਿੰਦਗੀ ਅਤੇ ਮੌਤ ਦੇ ਨਾਲ ਜੂਝ ਰਹੇ ਨੇ। ਸੋ ਬਹੁਤ ਹੀ ਉਹ ਸਾਹਮਣੇ ਤੁਸੀਂ ਦੇਖੋ ਯਾਰ, ਬਹੁਤ ਹੀ ਜ਼ਿਆਦਾ ਭੀੜ ਹੈਗੀ ਹੈ। ਤੁਹਾਨੂੰ ਅੰਤਮ ਅਰਦਾਸ ਦੀਆਂ ਵੀ ਅੰਤਮ ਸੰਸਕਾਰ ਦੀਆਂ ਵੀ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਬਹੁਤ ਹੀ ਦੂਰੋਂ ਦੂਰੋਂ ਇੱਥੇ ਲੋਕ ਪਹੁੰਚੇ ਹੋਏ ਨੇ ਅੰਤਮ ਵਿਦਾਈ ਦੇਣ ਲਈ ਇਸ ਹਾਦਸੇ ਦੇ ਵਿੱਚ ਜਿਹੜੇ ਅਜਾਈ ਜਾਨਾਂ ਗਵਾ ਚੁੱਕੇ ਨੇ। ਰੁੱਧਪੁਰ ਦੇ ਸਰਦਾਰ ਕੁਲਦੀਪ ਸਿੰਘ ਸੰਧੂ ਸਾਹਿਬ ਵੀ ਮੇਰੇ ਨਾਲ ਪਹੁੰਚੇ ਹੋਏ ਨੇ, ਸਿੱਖ ਸੰਗਠਨ ਵਾਲੇ। ਉਹ ਸਾਹਮਣੇ ਤੁਸੀਂ ਦੇਖੋ ਇਹਦਾ ਬਹੁਤ ਹੀ ਦੁਨੀਆ ਜਿਹੜੀ ਹੈ ਆਲੇ ਦੁਆਲੇ ਦੀ ਸਾਰੀ ਸਾਡੀਆਂ ਸੰਸਥਾਵਾਂ, ਅਤੇ ਹੋਰ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਸਿੱਧਾ ਉੱਥੇ ਤੁਹਾਨੂੰ ਜੋੜਦੇ ਹਾਂ। ਸ਼ੇਅਰ ਨੂੰ ਵੱਧ ਤੋਂ ਵੱਧ ਕਰਦੇ ਜਾਓ ਤਾਂ ਜੋ ਜਿਨ੍ਹਾਂ ਨੂੰ ਕੱਲ੍ਹ ਇਸ ਘਟਨਾ ਦੀ ਅਸੀਂ ਸਾਰੀ ਤਸਵੀਰਾਂ ਸਾਂਝੀ ਕੀਤੀਆਂ ਸੀ, ਉਹ ਇਹਨਾਂ ਦੇ ਅੰਤਮ ਸੰਸਕਾਰ ਦੇ ਵਿੱਚ ਜਿਹੜੇ ਨਹੀਂ ਪਹੁੰਚ ਸਕੇ, ਉਹ ਇਹਦੇ ਵਿੱਚ ਹਾਜ਼ਰੀ ਆਪਣੀ ਲਗਾ ਸਕਣ। ਕੁਲਦੀਪ ਸਿੰਘ ਸੰਧੂ ਸਾਹਿਬ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਕੱਲ੍ਹ ਸਾਡੀ ਇੱਥੋਂ ਸੰਗਤ ਉੱਤਮ ਨਗਰ ਗੁਰਦੁਆਰੇ, ਕੱਲ੍ਹ ਤੇ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਪਨਾ ਦਿਵਸ ਵੀ ਸੀਗਾ, ਉੱਥੇ ਇਹ ਸੰਗਤ ਪਹੁੰਚੀ ਹੈ ਕੱਲ੍ਹ। ਹੋਰ ਸਾਰਿਆਂ ਗੁਰਦੁਆਰਿਆਂ ਵਿੱਚ ਪ੍ਰੋਗਰਾਮ ਸੀਗੀ, ਅਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ। ਪਰਮਾਤਮਾ ਇਹਨਾਂ ਨੂੰ, ਇਹਨਾਂ ਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਹੋਰ ਮੇਰੀ ਸਮੂਹ ਸਾਧ ਜਿਹੜੀ ਸੰਗਤ ਇਲਾਕੇ ਦੀ ਆ, ਜੇ ਇਹ ਪਰਿਵਾਰ ਥੋੜ੍ਹੇ ਜਿਹੇ ਅਗਰ ਮਤਲਬ ਆਰਥਿਕ ਸਥਿਤੀ ਨਹੀਂ ਸਹੀ ਤਾਂ ਇਹਨਾਂ ਦੀ ਮਦਦ ਵੀ ਕਰਨ। ਅਤੇ ਬਾਕੀ ਮੈਂ ਉਹਨਾਂ ਦਾ ਆਪਣਾ ਨਾਨਕਪੁਰੀ ਟਾਂਡਾ ਗੁਰਦੁਆਰਾ ਸਾਹਿਬ ਬਚਨ ਸਿੰਘ ਜੀ ਦਾ, ਔਰ ਬਾਕੀ ਸਾਰੇ ਬਾਬਾ ਗੁਰਜੰਟ ਜੀ ਦਾ, ਇਹ ਮੈਨੂੰ ਰਾਤ ਪਤਾ ਲੱਗਾ ਕਿ ਸਾਡੇ ਸਕੂਲ ਦੇ ਲਾਗੇ ਆਪਣਾ ਚੀਮਾ ਹਸਪੀਟਲ ਹੈ, ਉੱਥੇ ਇਹ ਸਾਰੀ ਸਾਧ ਸੰਗਤ ਉੱਥੇ ਸੇਵਾ ਨਿਭਾ ਰਹੀ ਹੈ। ਅਤੇ ਸਾਡੀ ਹੋਰ ਅਸੀਂ ਵੀ ਅੱਜ ਮਤਲਬ ਕੋਸ਼ਿਸ਼ ਨਾ ਕਰਕੇ ਔਰ ਪੂਰਾ ਆਪਣਾ ਸਮੇਂ ਜਿਹੜਾ ਉੱਥੇ ਚੀਮਾ ਹਸਪੀਟਲ 'ਚ ਦੇਵਾਂਗੇ। ਜਿਹੜੇ ਉੱਥੇ ਮਤਲਬ ਆਪਣੇ ਪੀੜਿਤ ਨੇ ਜਾਂ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ, ਅਤੇ ਉਹਨਾਂ ਨੂੰ ਅਸੀਂ ਬਿਲਕੁਲ ਜਿਹੜੀ ਵੀ ਸੁਵਿਧਾ ਉੱਥੇ ਮੁਹਿੰਮ ਕਰਾਈ ਜਾਏਗੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸੋ ਉਸੇ ਹੀ ਪਿੰਡ ਦੇ ਵਿੱਚ ਪਹੁੰਚੇ ਹਾਂ। ਬਹੁਤ ਹੀ ਗਮਜ਼ਦਾ ਤਸਵੀਰਾਂ ਜਿਹੜੀਆਂ ਨੇ, ਕਿਉਂਕਿ ਇੱਕ ਹੀ ਪਿੰਡ ਦੇ ਕਈ ਲੋਕਾਂ ਦੀ ਇਹਦੇ ਵਿੱਚ ਜਾਨ ਜਾ ਚੁੱਕੀ ਹੈ। ਸੋ ਅੰਤਮ ਸੰਸਕਾਰ ਦੀ ਜਿਹੜੀ ਕੀਤੀ ਜਾ ਚੁੱਕੀ ਹੈ, ਉਹਨਾਂ ਦੀ ਬੋਡੀਆਂ ਜਿਹੜੀਆਂ ਨੇ ਸ਼ਮਸ਼ਾਨ ਘਾਟ ਦੇ ਵਿੱਚ ਲਿਜਾਈਆਂ ਜਾ ਚੁੱਕੀਆਂ ਨੇ। ਤੁਸੀਂ ਵੇਖੋ ਜਿੱਥੇ ਹੀ ਸਾਡੀ ਨਜ਼ਰ ਜਾ ਰਹੀ ਹੈ ਉੱਥੇ ਹੀ ਸੰਗਤ ਪਹੁੰਚੀ ਹੋਈ ਹੈ ਵੱਡੀ ਸੰਖਿਆ ਦੇ ਵਿੱਚ। ਬਹੁਤ ਹੀ ਦੁਖਦ ਹਾਦਸਾ, ਜਿਹੜੇ ਗੁਰੂ ਘਰ ਨੂੰ ਸੰਗਤ ਜਾ ਰਹੀ ਸੀ, ਤੇ ਕੋਸ਼ਿਸ਼ ਕਰਦੇ ਹਾਂ ਅਤੇ ਉੱਥੇ ਦੀਆਂ ਤਸਵੀਰਾਂ ਅੱਜ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾ ਰਿਹਾ ਹੈ। ਇੱਕ ਹੀ ਪਿੰਡ ਦੇ ਵਿੱਚੋਂ ਇੰਨੀ ਅਰਥੀਆਂ ਇਹਨਾਂ ਨੇ, ਜਦੋਂ ਅਸੀਂ ਗੱਲ ਕਰ ਰਹੇ ਸੀ ਇਹਨਾਂ ਦੇ ਪਿੰਡ ਵਿੱਚ ਜਾ ਕੇ, ਅਤੇ ਸ਼ਬਦ ਸਾਡੇ ਕੋਲ ਮੁੱਕ ਜਾਂਦੇ ਸੀ। ਕਹਿੰਦੇ ਆ ਕਿ ਜਦੋਂ ਉਸ ਪਿੰਡ ਦੇ ਗ੍ਰੰਥੀ ਸਾਹਿਬ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਵੱਡਾ ਹਾਦਸਾ ਨਹੀਂ ਦੇਖਿਆ, ਕਿਉਂਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਬਹੁਤ ਹੀ ਮਾੜੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਜਿੱਦਾਂ ਬਚਾਇਆ ਗਿਆ। ਸੋ ਕਈ ਜਨਿਆਂ ਨੇ ਆਪਣੀ ਅਜਾਈ ਜਾਨ ਇਸ ਹਾਦਸੇ ਦੇ ਵਿੱਚ ਗਵਾ ਦਿੱਤੀ ਹੈ। ਸੋ ਤੁਹਾਨੂੰ ਉੱਥੇ ਹੀ ਹੁਣ ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ।
ਥੋੜ੍ਹਾ ਜਿਹਾ ਜਿਹੜੀ ਜਗ੍ਹਾ ਹੈ ਇੱਥੇ ਟਾਈਟ ਹੈਗੀ ਹੈ, ਅੱਗੇ ਗੱਡੀ ਨਹੀਂ ਆ ਸਕੀ, ਸਾਨੂੰ ਪੈਦਲ ਹੀ ਆਉਣਾ ਪੈ ਰਿਹਾ। ਦੂਰਿਓਂ ਨੇੜਿਓਂ ਪੂਰੇ ਇਲਾਕੇ ਦਾ ਜਿਹੜਾ ਸਾਡਾ ਭਾਈਚਾਰਾ ਹੈ ਇਸ ਦੁਖਦ ਹਾਦਸੇ ਦੇ ਵਿੱਚ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਨ ਪਹੁੰਚਿਆ ਹੈ। ਸਾਹਮਣੇ ਤੁਸੀਂ ਦੇਖੋ, ਜਿੱਥੇ ਤੱਕ ਮੇਰੀ ਨਜ਼ਰ ਜਾ ਰਹੀ ਹੈ ਉੱਥੇ ਤੱਕ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੋਣੀ ਹੈ ਜਿੱਥੇ ਵੀ। ਸੋ ਇੱਧਰ ਜਿਹੜਾ ਇਸ ਪਿੰਡ ਦਾ ਜਿਹੜਾ ਉਹ ਸ਼ਮਸ਼ਾਨ ਘਾਟ ਹੈਗਾ ਉੱਥੇ, ਕਿਉਂਕਿ ਪਿੱਛੇ ਵੀ ਬਹੁਤ ਜ਼ਿਆਦਾ ਸੰਗਤ ਹੈਗੀ ਹੈ ਅਤੇ ਇੱਧਰ ਵੀ ਕਾਫੀ ਸੰਖਿਆ ਦੇ ਵਿੱਚ ਇੱਥੇ ਸੰਗਤ ਹੈਗੀ ਆ। ਅਤੇ ਇਹ ਲਾਈਵ ਤਸਵੀਰਾਂ ਨੇ, ਸ਼ੇਅਰ ਇਹਨੂੰ ਵੱਧ ਤੋਂ ਵੱਧ ਕਰਦੇ ਜਾਓ ਅਤੇ ਆਪਣੀ ਹਾਜ਼ਰੀ ਜ਼ਰੂਰ ਲਗਾਓ। ਵਾਹਿਗੁਰੂ ਲਿਖ ਕੇ ਉਹਨਾਂ ਪਰਿਵਾਰਾਂ ਦੀ ਜਿਨ੍ਹਾਂ ਨੇ ਅਜਾਈ ਆਪਣੀ ਜਾਨ ਗਵਾਈ ਹੈ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਜ਼ਰੂਰ ਆਪਣੇ ਕਮੈਂਟ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਅਤੇ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਜੀਆਂ ਨੂੰ ਖੋਇਆ ਇਸ ਹਾਦਸੇ ਦੇ ਵਿੱਚ, ਉਹਨਾਂ ਨੂੰ ਤਾਕਤ, ਉਹਨਾਂ ਨੂੰ ਹਿੰਮਤ, ਬਲ ਬਖਸ਼ਣ। ਇਸ ਰੱਬੀ ਭਾਣੇ ਨੂੰ ਜਿਹੜਾ ਕਿ ਬਹੁਤ ਹੀ ਇੱਕ ਅਤ ਦੁਖਦਾਈ ਹਾਦਸਾ ਹੈ, ਇਸ ਨੂੰ ਗੁਰੂ ਸਾਹਿਬ ਦਾ ਭਾਣਾ ਮੰਨਦੇ ਹੋਏ ਉਹ ਰਜ਼ਾ ਦੇ ਵਿੱਚ ਰਹਿਣ। ਅਤੇ ਸਾਡੀਆਂ ਇੱਥੇ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਵੀ ਬਹੁਤ ਵਧੀਆ ਇੱਥੇ ਕੰਮ ਕੀਤਾ। ਇਹਨਾਂ ਪਰਿਵਾਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖਲੋਤੀਆਂ ਨੇ, ਭਾਵੇਂ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼੍ਰੀ ਨਾਨਕ ਮੱਤਾ ਸਾਹਿਬ, ਡੇਰਾ ਕਾਰ ਸੇਵਾ, ਗੁਰਦੁਆਰਾ ਨਾਨਕਪੁਰੀ ਟਾਂਡਾ, ਉਹਨਾਂ ਦੇ ਵੀ ਜਿਹੜੇ ਜਥੇਦਾਰ ਨੇ ਬਾਬਾ ਗੁਰਜੰਟ ਸਿੰਘ ਜੀ, ਮੈਂ ਕੱਲ੍ਹ ਤੋਂ ਦੇਖ ਰਿਹਾ ਸੀ, ਉਹ ਡਟੇ ਹੋਏ ਨੇ, ਜਿਹੜੇ ਬਹੁਤ ਹੀ ਗੰਭੀਰ ਹਾਲਤ ਵਿੱਚ ਨੇ। ਭਾਵੇਂ ਬਰੇਲੀ ਦੇ ਵਿੱਚ ਉਹਨਾਂ ਦਾ ਇਲਾਜ ਸਹੀ ਨਹੀਂ ਸੀ ਹੋ ਪਾ ਰਿਹਾ ਅਤੇ ਉਹਨਾਂ ਨੂੰ ਰੁਦਰਪੁਰ ਦੇ ਵਿੱਚ ਸ਼ਿਫਟ ਕੀਤਾ ਗਿਆ। ਬਹੁਤ ਹੀ ਗਮਜ਼ਦਾ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਸਾਹਮਣੇ ਜਿਹੜਾ ਸ਼ਮਸ਼ਾਨ ਘਾਟ, ਇੱਕੋ ਹੀ ਜਗ੍ਹਾ 'ਤੇ ਜਿਹੜੀਆਂ ਇੰਨੀ ਅਰਥੀਆਂ ਚੁੱਕੀਆਂ ਜਾ ਰਹੀਆਂ ਇੱਕ ਪਿੰਡ ਵੱਲੋਂ। ਸੋ ਸਾਹਮਣੇ ਜਿਹੜਾ ਉਹ ਸ਼ਮਸ਼ਾਨ ਘਾਟ ਹੈ, ਉੱਥੇ ਸਭ ਨੂੰ ਇੱਕ ਹੀ ਥਾਂ 'ਤੇ ਇਕੱਠੇ ਜਿਹੜਾ ਹੈ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਨੇ। ਸੋ ਸ਼ੇਅਰ ਇਹਨੂੰ ਜ਼ਰੂਰ ਕਰਦੇ ਜਾਓ ਤਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਸਾਡੀ ਸੰਗਤ ਇਹਨਾਂ ਦੇ ਦੁੱਖ ਵਿੱਚ ਸ਼ਾਮਲ ਹੋ ਸਕੇ। ਇਹ ਸ਼ਕਤੀ ਫਾਰਮ ਦੇ ਨਾਲ ਜਿਹੜਾ ਪਿੰਡ ਹੈ ਬਸਗਰ, ਤੇ ਇੱਥੇ ਕਿਹੜੀ ਕਿਹੜੀ ਸੰਸਥਾਵਾਂ ਪਹੁੰਚੀਆਂ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ, ਜਿਨ੍ਹਾਂ ਦੇ ਮੁਖੀ ਇੱਥੇ ਪਹੁੰਚੇ ਨੇ। ਸਾਨੂੰ ਇਹ ਸਮਾਚਾਰ ਮਿਲੇ ਸੀ ਕਿ ਬਾਬਾ ਬਚਨ ਸਿੰਘ ਜੀ ਵੀ ਸ਼ਾਇਦ ਇੱਥੇ ਪਹੁੰਚ ਰਹੇ ਨੇ। ਜੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਵੀ ਉਹਨਾਂ ਦਾ ਸੰਦੇਸ਼ ਲੈਣ ਦੀ ਕੋਸ਼ਿਸ਼ ਕਰਾਂਗੇ। ਸੋ ਬਹੁਤ ਹੀ ਗਮਜ਼ਦਾ ਤਸਵੀਰਾਂ, ਜਿਹੜੀਆਂ ਕਈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ, ਇਹਨਾਂ ਦੁੱਖ ਦਿੰਦੀਆਂ ਨੇ। ਇੱਕ ਹੀ ਪਿੰਡ ਵਿੱਚੋਂ ਅੱਜ ਇੰਨੀਆਂ ਅਰਥੀਆਂ ਚੁੱਕੀਆਂ ਜਾ ਰਹੀਆਂ ਨੇ। ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਅੰਤਮ ਦਰਸ਼ਨ ਕਰਾ ਦਿੰਦੇ ਹਾਂ ਜਿਨ੍ਹਾਂ ਦੀ ਆਪਣੀ ਜਾਨਾਂ ਗਵਾਈਆਂ ਨੇ। ਇੱਕ ਮਾਸੂਮ ਬੱਚੇ ਦੀ ਵੀ, ਦੋ ਮਾਸੂਮ ਬੱਚਿਆਂ ਨੇ ਵੀ ਆਪਣੀ ਜਾਨ ਗਵਾਈ ਹੈ। ਇੱਕ ਪਰਿਵਾਰ ਦਾ ਤੇ ਇਕਲੌਤਾ ਸੀਗਾ ਉਹ ਬੱਚਾ ਜਿਹੜਾ ਜਿਸਨੇ ਇਹਦੇ ਵਿੱਚ ਆਪਣੀ ਜਾਨ ਗਵਾਈ ਹੈ। ਸੋ ਤਸਵੀਰਾਂ ਜਿਹੜੀਆਂ ਨੇ ਬਹੁਤ ਦੁੱਖ ਦੇ ਰਹੀਆਂ ਨੇ। ਬਹੁਤ ਹੀ ਜ਼ਿਆਦਾ ਦੁਖਦਾਈ ਘਟਨਾ ਜਿਹੜੀ ਹੈ। ਭਾਈ ਸਾਹਿਬ ਜੀ ਦਾ ਬੱਚਾ ਸੀਗਾ। ਹਾਂ, ਇਹਨਾਂ ਦਾ ਬੱਚਾ ਸੀ। ਸੋ ਇਹ ਭਾਈ ਸਾਹਿਬ ਜਿਹੜੇ ਨੇ, ਇਹਨਾਂ ਦਾ ਬੱਚਾ ਜਿਹੜਾ ਹੈ ਜਿਹਨੇ ਇਸ ਦੁਖਦ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਈ। ਬਹੁਤ ਹੀ ਦੁਖਦਾਈ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀਆਂ ਨੇ। ਤੇ ਸਾਡੇ ਸੰਸਥਾਵਾਂ ਦੇ ਜਿਹੜੇ ਮੁਖੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਹੁਣ ਤਿਆਰੀ ਜਿਹੜੀ ਹੈ ਉਹ ਮੁਕੰਮਲ ਕੀਤੀ ਜਾ ਰਹੀ ਹੈ ਅੰਤਮ ਸੰਸਕਾਰ ਦੀਆਂ। ਤੇ
ਸਾਹਮਣੇ ਚਾਦਰਾਂ ਪਾਈਆਂ ਜਾ ਰਹੀਆਂ ਨੇ। ਗੁਰਦੁਆਰਾ ਨਾਨਕ ਮੱਤਾ ਕਮੇਟੀ ਦੇ ਜਿਹੜੇ ਜਨਰਲ ਸੈਕਟਰੀ ਨੇ ਸਰਦਾਰ ਅਮਰਜੀਤ ਸਿੰਘ ਜੀ, ਉਹ ਵੀ ਤੁਸੀਂ ਦੇਖ ਰਹੇ ਹੋ ਮੌਕੇ ਤੇ ਪਹੁੰਚੇ ਹੋਏ ਨੇ। ਸੋ ਕੁਝ ਤਸਵੀਰਾਂ ਤੇ ਅਜੇ ਵੀ ਜਿਹੜੀਆਂ ਨੇ ਉਹ ਤੁਹਾਨੂੰ ਦਿਖਾਉਣ ਦੇ ਦਿਖਾਉਣੀਆਂ ਬੜੀਆਂ ਔਖੀਆਂ ਨੇ। ਇਸ ਤਰ੍ਹਾਂ ਦੇ ਬਾਡੀਆਂ ਦੇ ਹਾਲਾਤ ਨੇ। ਸੋ ਕਿਹੜੀ ਕਿਹੜੀ ਤਸਵੀਰ ਤੁਹਾਨੂੰ ਦਿਖਾਈਏ, ਬਹੁਤ ਹੀ ਦੁਖਦ ਤਸਵੀਰਾਂ ਨੇ, ਬਹੁਤ ਹੀ ਸ਼ਬਦ ਨਹੀਂ ਹੈਗੇ ਸਾਡੇ ਕੋਲ, ਅਸੀਂ ਕਿੱਦਾਂ ਬਿਆਨ ਕਰੀਏ ਕਿਹੜੀ ਕਿਹੜੀ ਬਾਡੀ ਦੇ ਤੁਹਾਨੂੰ ਦਿਖਾਈਏ। ਕਿ ਉਧਰ ਵੇਖੋ ਇੱਕ ਬਾਡੀ ਇੱਧਰ ਹੈਗੀ ਹੈ। ਸੋ ਵਾਹਿਗੁਰੂ ਜ਼ਰੂਰ ਲਿਖੋ ਇਹਨਾਂ ਪਰਿਵਾਰਾਂ ਦੇ। ਮਤਲਬ ਇਸ ਪਿੱਛੇ ਆ ਕੇ ਜਿਹੜੇ ਪਾਸੇ ਵੀ ਮੈਂ ਜਾ ਰਿਹਾ ਵੇਖੋ ਆ ਸਾਹਮਣੇ ਦੇਖੋ, ਆ ਦੇਖੋ ਯਾਰ, ਇਹ ਕਿਹਨਾਂ ਦੀ ਹੈ? ਇਹ ਬੱਚੇ ਦੀ ਹੈ। ਸੋ ਇਹ ਦੋਨੋਂ ਬੱਚਿਆਂ ਨੂੰ ਇਕੱਠੇ ਪਾਇਆ ਹੋਇਆ। ਸੋ ਇਹ ਜਿਹੜੇ ਜਿਨ੍ਹਾਂ ਦੋਨਾਂ ਬੱਚਿਆਂ ਨੇ ਆਪਣੀ ਜਾਨ ਗਵਾਈ, ਇਹ ਦੋਨਾਂ ਬੱਚਿਆਂ ਨੂੰ ਇਹ ਦੋਨਾਂ ਬੱਚਿਆਂ ਨੂੰ ਇਕੱਠਿਆਂ ਹੀ ਜਿਹੜਾ ਹੈ ਬਾਕਸ ਵਿੱਚ ਰੱਖਿਆ ਗਿਆ। ਅੰਤਮ ਵਧਾਈ ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਸਾਕ ਸੰਬੰਧੀ ਸਾਰੇ ਜਿਹੜੇ ਨੇ, ਪੂਰੇ ਇਲਾਕੇ ਦੀ ਜਿਹੜੀ ਸੰਗਤ ਇੱਥੇ ਪਹੁੰਚੀ ਹੋਈ ਹੈ। ਬਹੁਤ ਹੀ ਦੁਖਦਾਈ ਘਟਨਾ ਜਿਨੇ ਸਾਡੀ ਇਸ ਤਰਾਈ ਦੇ ਬੈਲਟ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਕਿ ਗੁਰੂ ਘਰ ਦੇ ਦਰਸ਼ਨ ਲਈ ਜਾ ਰਹੀ ਸੰਗਤ ਜਿਹੜੀ ਗੁਰੂ ਘਰ ਤੋਂ ਥੋੜਾ ਹੀ ਦੂਰ ਸੀ, ਉੱਥੇ ਪਹੁੰਚ ਵੀ ਨਹੀਂ ਪਾਈ ਤੇ ਇੰਨਾ ਵੱਡਾ ਹਾਦਸਾ ਜਿਹੜਾ ਉਸ ਹਾਦਸੇ ਦੀ ਇਹ ਸ਼ਿਕਾਰ ਹੋ ਗਿਆ। ਪੂਰਾ ਪਿੰਡ ਹੀ ਆਪਾਂ ਕਹਿੰਦੇ ਹਾਂ ਕਿ ਪੂਰਾ ਗਮਜ਼ਦਾ ਜੀ। ਕਿਹੜੀ ਕਿਹੜੀ ਤਸਵੀਰ ਤੁਹਾਨੂੰ ਦਿਖਾਈਏ, ਬਹੁਤ ਹੀ ਸ਼ਬਦ ਬਿਆਨ ਕਰਨ ਜੋਗੇ ਨਹੀਂ ਨੇ। ਇਸ ਤਰ੍ਹਾਂ ਦੀਆਂ ਇੱਥੇ ਤਸਵੀਰਾਂ ਤੁਹਾਨੂੰ ਸਾਂਝੀ ਕਰਨੀ ਪੈ ਰਹੀਆਂ ਨੇ। ਕੋਈ ਗੱਲ। ਸੋ ਦੁੱਖ, ਹਾਂ, ਇਹ ਜਿਨ੍ਹਾਂ ਦੋ ਬੱਚਿਆਂ ਨੇ ਜਾਨ ਗਵਾਈ ਹੈ ਉਹਨਾਂ ਦੀ ਇਹ ਤਸਵੀਰਾਂ ਬਿਲਕੁਲ। ਸੋ ਬਹੁਤ ਹੀ ਦੁਖਦ ਤਸਵੀਰਾਂ ਜਿਹੜੀ ਬਾਡੀ ਦੇ ਜਿਹੜੇ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਉਣ ਜੋਗੇ ਨਹੀਂ, ਦੂਰੋਂ ਹੀ ਸਾਨੂੰ ਦਿਖਾਣੇ ਪੈ ਰਹੇ ਨੇ। ਸੋ ਬਹੁਤ ਹੀ ਦੁਖਦ ਤਸਵੀਰਾਂ ਸਾਡੀ ਇਸ ਤਰਾਈ ਦੇ ਵਿੱਚ ਜਿਹੜਾ ਕੱਲ੍ਹ ਹਾਦਸਾ ਹੋਇਆ, ਜਿਹਦੇ ਵਿੱਚ ਅਜਾਈ ਭਾਈ ਸਾਹਿਬ ਨਾਲ ਕੁਝ ਗੱਲ। ਭਾਜੀ ਤੁਸੀਂ ਕੁਝ ਕਹਿ ਸਕਦੇ ਹੋ, ਇਹ ਹਾਦਸਾ ਕਿਵੇਂ ਹੋਇਆ, ਇਹਦਾ ਜ਼ਿੰਮੇਦਾਰ ਕੌਣ ਹੈ? प्रधान जी ਤੁਸੀਂ ਪ੍ਰਧਾਨ ਜੀ ਹੋ, ਕੀ ਨਾਂ ਤੁਹਾਡਾ? हमने तो हम लगभग 10 बजे की घटना है, तो हमें माननीय प्रधान जी ने फ़ोन किया तो हम पहुँचे। आपका हम नाम लोग, क्या है? मेरा नाम देबू मंडल है, मैं निर्मल नगर का पूर्व प्रधान हूँ। अच्छा। तो हम लोग 12 बजे पहुँचे। पहुँच के हम जब गए थे, वहाँ पर उस जगह पर पहले भी हादसे हो चुके हैं, 2 सगे भाइयों ने भी वहाँ जान गंवाई है, तो आपकी तरफ से प्रयास नहीं किया गया कि कुछ ऐसा किया जा सके जैसे हादसे बार बार हो रहे हैं वहाँ ना हो? नहीं, हमारे तरफ से प्रयास नहीं किया जा रहा, लेकिन जो NH का जो रोड है, NH की रोड में हमने देखा है कि जहाँ भी कट हो वहाँ पर 2 लाइट लगाया जाता है, पीला लाइट, सोलर लाइट, और यहाँ पर लाइट नहीं है। इसलिए आप देखो, बताओ इन परिवारों का क्या कसूर था? कोई कसूर नहीं परिवार था। तबाह हो चुके हैं किसी की लापरवाही के कारण, तो उनको जो जिम्मेदार है उनके ऊपर कार्रवाई। ये शासन प्रशासन की लापरवाही है, NH की लापरवाही है। माननीय मंत्री जी आ रहे हैं, हम लोग सभी लोग मांग करेंगे कि जितने कट है उसके तो एक तो 50-50 मीटर दूर वो लोग पेड़ लगाते, झाड़ लगाते, वो ना लगाया जाए और लाइट लगाया जाए। बस ये मैं कहना चाहता हूँ। प्रधान जी हाँ जी, पूर्व प्रधान तिलियापुर मंगल सिंह, हाँ जी, तिलियापुर मंगल सिंह प्रधान पूर्व ਸਿੰਘ ਜੀ, ਇੰਨਾ ਵੱਡਾ ਹਾਦਸਾ ਸ਼ਾਇਦ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਜੀ। ਕਿਉਂਕਿ ਅਸੀਂ ਕੱਲ ਪੂਰਾ ਦਿਨ ਇਸ ਚੀਜ਼ ਨੂੰ ਕਵਰ ਕੀਤਾ ਹੈ। ਦੇਸ਼ਾਂ ਵਿਦੇਸ਼ਾਂ ਦੇ ਦਰਸ਼ਕ ਸਾਡੇ ਇਸ ਮਾਧਿਅਮ ਰਾਹੀਂ ਬਹੁਤ ਹੀ ਜ਼ਿਆਦਾ ਦੁੱਖਦ ਵਿੱਚ ਨੇ। हाँ जी, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਆਖਰ ਕਿਉਂ ਇੰਨੀ ਲਾਪਰਵਾਹੀ ਹੋਈ ਸ਼ਾਸਨ ਪ੍ਰਸ਼ਾਸਨ ਵੱਲੋਂ? ਇਹਦੇ ਲਈ ਤੁਸੀਂ ਕੀ ਕੋਸ਼ਿਸ਼ ਕਰੋਗੇ? ਸਭ ਤੋਂ ਪਹਿਲਾਂ ਤਾਂ ਪੂਰੀ ਸੰਗਤ ਵੱਲੋਂ ਇਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਨਾਲ ਹਾਦਸਾ ਹੋਇਆ ਹੈ ਉਹਨਾਂ ਨੂੰ ਮੇਰੇ ਦਿਲ ਤੋਂ ਸੰਗਤ ਦੀ ਤਰਫੋਂ ਸੰਵੇਦਨਾ। ਔਰ ਮੈਂ ਇਹ ਕਹਾਂਗਾ ਕਿ ਜਿਹੜਾ ਉੱਥੇ ਕੱਟ ਹੈ ਉੱਥੇ ਜਾਂ ਤਾਂ ਰੈੱਡ ਲਾਈਟ ਵਗੈਰਾ ਦੀ ਵਿਵਸਥਾ ਹੋ ਜਾਏ,
ਹੁਣੇ ਹੀ ਦੇਖੋ ਚਰਚਾ ਲਾਈਟ ਜਿਹੜੀ ਹੈ ਉਹ ਕੋਈ ਵੱਡਾ ਕੰਮ ਨਹੀਂ ਜੀ। ਹੈ, ਉਹ ਤਾਂ ਕੋਈ ਛੋਟਾ ਜਿਹਾ ਇਸ਼ੂ ਕਿ ਅਗਰ ਉਹਨਾਂ ਦੀ ਦੇਖੋ ਖਾਲੀ ਲਾਈਟ ਦੀ ਉਹਦੇ ਨਾਲ ਨਹੀਂ ਹੋਇਆ ਸਾਨੂੰ, ਉਹਦਾ ਕਿ ਸਪੇਸ ਬਹੁਤ ਘੱਟ ਹੈ, ਜੀ। ਵੀ ਜਿਹੜਾ ਯੂ ਟਰਨ ਲੈਣਾ ਹੁੰਦਾ ਹੈ ਜੀ, ਤੇ ਜੀ। ਉਦੋਂ ਸਪੇਸ ਬਹੁਤ ਥੋੜਾ ਰਹਿ ਜਾਂਦਾ ਹੈ, ਜੀ। ਕੇਵਲ ਲਾਈਟ ਲੱਗੇ ਨਾਲ ਸਾਨੂੰ ਨਹੀਂ ਲੱਗਦਾ ਕਿ ਸਮਾਧਾਨ ਹੋ ਜਾਏਗਾ ਉਹਦਾ। ਉੱਥੇ ਜਗ੍ਹਾ ਦੀ ਕਮੀ ਹੈ, ਜਗ੍ਹਾ ਦੀ ਬਹੁਤ ਕਮੀ ਹੈ ਉੱਥੇ, ਹਾਈਵੇ ਔਰ ਪ੍ਰੋਪਰ ਹਾਈਵੇ ਕੱਟ ਵੀ ਉਹਨੂੰ ਦੇਖ ਕੇ ਬਣਾਇਆ ਜਾਏ ਤਾਂ ਕਿ ਜਿੱਥੇ ਕ੍ਰੋਸਿੰਗ ਹੋ ਜਾਏ, ਔਰ ਉਹ ਜਿਹੜੀ ਕ੍ਰੋਸਿੰਗ ਹੈ ਉਹ ਅਗਰ ਅੱਗੋਂ ਜਿਹੜਾ ਆ ਰਿਹਾ ਹੈ ਸਵਾਰੀ ਆ ਰਹੀ ਉਹ ਪਿੱਛੋਂ ਆ ਰਹੀ ਹੈ ਉਹ ਦਿਖ ਨਹੀਂ ਰਹੀ ਉੱਥੇ। ਸਪੇਸ ਵੀ ਚਲੋ ਘੱਟ ਹੈ ਲੇਕਿਨ ਲਾਈਟ ਵੀ ਤਾਂ ਨਹੀਂ ਲੱਗੀ ਹੋਈ, ਕੋਈ ਹਾਂ signal ਲਾਈਟ ਵੀ ਨਹੀਂ ਕੋਈ ਸਿਗਨਲ ਨਹੀਂ ਹੈ ਉੱਥੇ ਜੀ, ਕੋਈ ਸਿਗਨਲ ਨਹੀਂ ਹੈ ਜੀ। ਬਲਕਿ ਕਿਨਾਰੇ ਝਾੜੀਆਂ ਹੈ, ਜਿਹੜੀਆਂ ਝਾੜੀਆਂ ਦੀ ਵਜ੍ਹਾ ਇਧਰੋਂ ਜਿਹੜਾ ਕੱਟ ਲੈਣਾ ਚਾਹੁੰਦਾ ਉਧਰ ਦੀ ਗੱਡੀ ਆਉਣੀ ਚਾਹੁੰਦੀ ਹੈ ਉਹ ਬਿਲਕੁਲ ਨਜ਼ਰ ਨਹੀਂ ਆਉਂਦੀ। ਸਭ ਤੋਂ ਵੱਡੀ ਦਿੱਕਤ ਹੈ 50-50 ਮੀਟਰ ਇੱਧਰ ਉੱਧਰ। ਪ੍ਰਸ਼ਾਸਨ ਨੇ ਕੋਈ ਸੁਧ ਲਈ ਹੈ ਜੀ ਮੰਤਰੀ ਜੀ ਆ ਰਹੇ ਹਨ, ਉਹਨਾਂ ਦੇ ਸਾਹਮਣੇ ਸੌਰਭ ਬਹੁਗੁਣਾ ਜੀ ਕੈਬਨਿਟ ਮੰਤਰੀ ਜੀ, ਉਹਨਾਂ ਦੇ ਸਾਹਮਣੇ ਰੱਖਾਂਗੇ ਮਾਇਕੀ। ਅਗਾਂ ਸੋਚਿਆ ਜਾਂਦਾ ਕਿ ਇੰਜ ਕਦੇ ਹਾਦਸੇ ਨਾ ਹੋਣ, ਕਿਉਂਕਿ ਸਾਰੇ ਹੀ ਉੱਥੇ ਅੱਜ ਇੱਥੋਂ ਦਾ ਹੈ ਕੱਲ ਨੂੰ ਦੂਸਰੀ ਜਗ੍ਹਾ ਤੇ ਜਾਣਾ ਪਹਿਲਾਂ ਹੈ। ਵੀ ਦੋ ਸਕੇ ਭਰਾਵਾਂ ਨੇ ਉੱਥੇ ਆਪਣੀ ਜਾਨ ਗਵਾਈ ਹੈ ਜੀ ਸਰਸੇ ਮੋੜ ਤੇ, ਉੱਥੇ ਦੋ ਭਰਾਵਾਂ ਦੀ ਉੱਥੇ ਹੀ ਤਾਂ ਜਾਨ ਗਈ ਹੈ ਜੀ ਜੀ ਤੇ ਉਸ ਤੋਂ ਬਾਅਦ ਵੀ ਕੋਈ ਸਬਕ ਨਹੀਂ ਲਿਆ ਦੱਸੋ। ਜੀ ਹੁਣ ਇਸ ਗੱਲ ਨੂੰ ਰੱਖਿਆ ਜਾਏਗਾ। ਅੱਜ ਆ ਰਹੇ ਮੰਤਰੀ ਜੀ, ਮਾਨਯ ਮੰਤਰੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਪੂਰਵ ਪ੍ਰਧਾਨ ਤੇ ਹੋਰ ਜਿਹੜੇ ਮੌਜੂਦਾ ਪ੍ਰਧਾਨ ਨੇ, ਬੀਟੀਸੀ ਮੈਂਬਰ ਨੇ। ਭਾਜੀ ਕੀ ਨਾਮ ਤੁਹਾਡਾ? ਭਜਨ ਸਿੰਘ ਜੀ। ਭਜਨ ਸਿੰਘ ਜੀ, ਸ਼ਬਦ ਨਹੀਂ ਸਾਡੇ ਕੋਲ ਬਿਆਨ ਹੈ ਅਸੀਂ ਕਰ ਪਾ ਰਹੇ ਕਿ ਜਿਸ ਤਰ੍ਹਾਂ ਦੇ ਹਾਲਾਤ ਨੇ, ਜੋ ਅਸੀਂ ਤਸਵੀਰਾਂ ਇੱਥੇ ਦੇਖ ਰਹੇ ਬਿਲਕੁਲ ਗੱਲ ਸਹੀ। ਤੇ ਬਾਕੀ ਤੁਸੀਂ ਆਪਣਾ ਸ਼ਬਦਾਂ ਦੇ ਫੁੱਲ ਅਰਪਣ ਕਰ ਸਕਦੇ ਹੋ ਇਹਨਾਂ ਪਰਿਵਾਰਾਂ ਦੇ ਪ੍ਰਤੀ। ਵੇਖੋ ਪਰਿਵਾਰਾਂ ਨਾਲ ਕੀ ਪੂਰੇ ਪਿੰਡ ਨਾਲ ਹਰ ਸਮਾਜ ਨਾਲ ਬੜਾ ਬੁਰਾ ਹੋ ਗਿਆ ਜਿਹੜਾ ਹਾਦਸਾ ਹੋਇਆ ਹੈ, ਔਰ ਹੋਇਆ ਇਸ ਕਰਕੇ ਇਹ ਸਿਰਫ ਉੱਥੇ ਜਿਹੜਾ ਕੱਟ ਛੋਟਾ ਬਣਨ ਕਰਕੇ ਨਾ ਰੈੱਡ ਲਾਈਟ ਹੈ ਨਾ ਕੁਛ ਹੈ, ਕਿਸੇ ਤਰ੍ਹਾਂ ਦਾ ਕੋਈ ਇਸ ਤਰ੍ਹਾਂ ਨਹੀਂ ਦਿੱਤਾ ਗਿਆ ਕਿ ਗੱਡੀ ਵਾਲੇ ਨੂੰ ਦੂਰੋਂ ਪਤਾ ਲੱਗ ਜਾਵੇ ਵੀ ਅੱਗੇ ਕੱਟ ਹੈ ਜਾਂ ਯੂ ਟਰਨ ਹੈ ਜਾਂ ਕੁਛ ਵੀ ਹੈ। ਇਸ ਤਰ੍ਹਾਂ ਕਰਕੇ ਹੋਇਆ ਹੈ। ਜੇਕਰ ਕੋਈ ਵੀ ਹੁੰਦਾ ਇਸ ਤਰ੍ਹਾਂ ਦਾ ਤੇ ਇਹ ਹਾਦਸਾ ਨਹੀਂ ਹੋ ਸਕਦਾ ਸੀ। ਇਸ ਵਜ੍ਹਾ ਨਾਲ ਚਲੋ ਹੁਣ ਜੋ ਹੋ ਗਿਆ ਉਹਨੂੰ ਤਾਂ ਆਪਾਂ ਵਾਪਸ ਨਹੀਂ ਲਿਆ ਸਕਦੇ, ਹਾਂਜੀ। ਲੇਕਿਨ ਹੁਣ ਤਾਂ ਵੇਲਾ ਆਪਾਂ ਸੰਭਾਲ ਸਕਦੇ ਹਾਂ ਤੇ ਬਿਲਕੁਲ, ਬਿਲਕੁਲ। ਸਵਾਰੀਆਂ ਤਾਂ ਉੱਥੇ ਚੱਲਣੀਆਂ ਨੇ। ਕੈਬਨਿਟ- ਇਹਦੇ ਲਈ ਤਾਂ ਕੋਈ ਪ੍ਰਯਾਸ ਕਰੋ ਕਿ ਉਦੋਂ ਕੋਈ ਹੋਰ ਨਾ ਆਪਣੀ ਜਾਨ ਗਵਾਏ ਇਹਦੇ ਵਿੱਚ। ਵੇਖੋ ਕੈਬਨਿਟ ਮੰਤਰੀ ਆ ਰਹੇ ਨੇ ਸੌਰਭ ਬਹੁਗੁਣਾ ਜੀ, ਉਹਨਾਂ ਕੋਲ ਅਸੀਂ ਰੱਖਾਂਗੇ ਇੱਕ ਗੱਲ ਕਿ ਤੁਸੀਂ ਇਹ ਕੰਮ ਦਾ ਕਰੋ ਜਿਹੜਾ ਜਿੰਨਾ ਵੀ ਜਲਦੀ ਤੋਂ ਜਲਦੀ ਹੋ ਸਕਦਾ ਕਿ ਆਉਣ ਵਾਲੇ ਸਮੇਂ 'ਚ ਅਗਾਂਹ ਨਾ ਇਹ ਗੱਲ ਹੋ ਜਾਏ, ਇਸ ਤਰ੍ਹਾਂ ਹਾਦਸਾ ਨਾ ਹੋ ਜਾਏ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਇੱਥੇ ਕੈਬਨਿਟ ਮਿਨਿਸਟਰ ਜਿਹੜੇ ਨੇ ਕੈਬਨਿਟ ਮਿਨਿਸਟਰ ਨੇ ਨਾ ਸੌਰਭ ਬਹੁਗੁਣਾ ਜੀ ਵੀ ਹੁਣੇ ਪਹੁੰਚਣ ਵਾਲੇ ਨੇ, ਤੇ ਇੱਥੇ ਦੇ ਜਿਹੜੇ ਵਸਨੀਕਾਂ ਨੇ ਉਹਨਾਂ ਨੇ ਕਿਹਾ ਕਿ ਉੱਥੇ ਗੱਲ ਰੱਖੀ ਜਾਏਗੀ ਕਿ ਜਿਹੜੀ ਜਗ੍ਹਾ ਇਹ ਹਾਦਸਾ ਹੋਇਆ ਉੱਥੇ ਹੋਰ ਕੋਈ ਅਜਾਈ ਇਸ ਤਰ੍ਹਾਂ ਦੀ ਜਾਨਾਂ ਨਾ ਜਾਣ, ਤੇ ਉਹਦੇ ਲਈ ਉਹ ਭਾਵੇਂ ਸਪੇਸ ਉਹਨੂੰ ਚੌੜਾ ਕਰਨਾ ਜਾਂ ਹੋਰ ਜਿਸ ਤਰ੍ਹਾਂ ਵੀ ਕੀਤਾ ਜਾ ਸਕੇ। ਸੋ ਇਹ ਛੋਟੇ ਛੋਟੇ ਬੱਚਿਆਂ ਦੇ ਵੇਖੋ ਜਿਹੜਾ ਇਹ ਪਰਿਵਾਰ ਨੇ, ਬਹੁਤ ਹੀ ਦੁਖਦ ਤਸਵੀਰਾਂ, ਬਹੁਤ ਹੀ ਜ਼ਿਆਦਾ ਦੁਖਦ ਤਸਵੀਰਾਂ ਨੇ। ਇਹ ਇੱਕ ਹੀ ਪਿੰਡ ਦੇ ਵਿੱਚੋਂ ਇੰਨੀ ਅਰਥੀਆਂ ਦਾ ਸੰਸਕਾਰ ਜਿਹੜਾ ਉਹ ਕੀਤਾ ਜਾ ਰਿਹਾ। ਸੋ ਬਾਬਾ ਜੀ ਕੁਝ ਕਹਿਣਾ ਚਾਹੁੰਦੇ? ਨਾਨਕਪੁਰੀ ਟਾਂਡਾ ਦੇ ਜਿਹੜੇ ਨਾਨਕਪੁਰੀ ਟਾਂਡਾ ਬਾਬਾ ਜੀ ਬਾਬਾ ਆਪਣਾ ਚੰਦਨ ਸਿੰਘ ਬਾਬਾ ਚੰਨਨ ਸਿੰਘ ਜੀ ਜਿਹੜੀ ਨਾਨਕਪੁਰੀ ਟਾਂਡਾ ਗੁਰੂ ਘਰ ਦੀ ਸੇਵਾ ਨਿਭਾ ਰਹੇ ਨੇ, ਤੇ ਕੱਲ ਤੋਂ ਹੀ ਮੈਂ ਇਹਨਾਂ ਨੂੰ ਦੇਖ ਰਿਹਾ। ਇਹਨਾਂ ਦਾ ਪੂਰਾ ਜੱਥਾ ਜਿਹੜਾ ਹੈ ਇਹਨਾਂ ਪਰਿਵਾਰਾਂ ਦੇ ਨਾਲ ਡਟਿਆ ਹੋਇਆ ਹੈ, ਭਾਵੇਂ ਜਿਹੜੇ ਗੰਭੀਰ ਰੂਪ ਤੋਂ ਘਾਇਲ ਨੇ ਬਰੇਲੀ ਵੀ ਉੱਥੇ ਗਏ ਨੇ ਤੇ ਫਿਰ ਰੁੱਧਪੁਰ ਵੀ ਇਹਨਾਂ ਨੇ ਐਡਮਿਟ ਕਰਾਇਆ। ਇਹਨਾਂ ਦੇ ਕੋਲ ਪੁੱਜਦਿਆਂ ਸ਼ਰਧਾ ਦੇ ਫੁੱਲ ਅਰਪਣ ਆਪਣਾ ਕਰਨਾ ਚਾਹਣ ਤਾਂ ਕਰ ਸਕਦੇ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਬਹੁਤ ਹੀ ਦੁਖਦ ਤਸਵੀਰਾਂ ਨੇ, ਬਹੁਤ ਹੀ ਦੁਖਦ। ਹਾਂਜੀ, ਹਾਂਜੀ। ਕੀ ਕਹਿਣਾ ਚਾਹੋਗੇ? ਪ੍ਰਧਾਨ ਜੀ ਬੋਲੋ। ਦੇਖੋ ਜੀ ਬਹੁਤ ਹੀ ਜ਼ਿਆਦਾ ਦੁਖਦ ਘਟਨਾ ਹੋਈ ਹੈ, ਬਹੁਤ ਹੀ ਦਰਦਨਾਕ ਹੈ। ਬਹੁਤ ਸਾਰੇ ਜਿਹੜੇ ਵੇਖ ਰਿਹਾ ਬਹੁਤ ਹੀ ਜ਼ਿਆਦਾ ਦੁੱਖ ਹੈ, ਔਰ ਇਹ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਾਂ ਦੇ ਨਾਲ ਆ ਸਾਰੇ। ਔਰ ਬਾਬਾ ਜੀ ਕੱਲ੍ਹ ਤੋਂ ਲੱਗੇ ਹੋਏ ਨੇ, ਨਾਲ ਨੇ ਬਿਲਕੁਲ ਦਿਨ ਰਾਤ ਹਸਪਤਾਲਾਂ ਦੇ ਵਿੱਚ ਜਿੱਥੇ ਟ੍ਰੀਟਮੈਂਟ ਚੱਲ ਰਿਹਾ ਉੱਥੇ ਜਾ ਕੇ ਆਪਣਾ ਵੇਖ ਰਹੇ ਨੇ। ਬਾਬਾ ਬਚਨ ਸਿੰਘ ਜੀ ਵੀ ਪਹੁੰਚ ਰਹੇ ਨੇ ਇਸ ਸਮੇਂ? ਨਹੀਂ, ਬਾਬਾ ਬਚਨ ਸਿੰਘ ਜੀ ਹੈ, ਬਾਬਾ ਗੁਰਜਨ ਸਿੰਘ ਜੀ ਹੈਗੇ ਉੱਥੇ। ਆਏ ਹੋਏ। ਹਾਂਜੀ ਹਾਂਜੀ। ਸੋ ਡੇਰਾ ਕਾਰ ਸੇਵਾ ਗੁਰਦੁਆਰਾ ਨਾਨਕਪੁਰੀ ਟਾਂਡਾ ਵੱਲੋਂ ਵੀ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ। ਜਿਹੜੇ ਘਾਇਲ ਨੇ ਉਹਨਾਂ ਦੇ ਨਾਲ ਭਾਵੇਂ ਬਰੇਲੀ ਉਹਨਾਂ ਦਾ ਟ੍ਰੀਟਮੈਂਟ ਸਹੀ ਨਹੀਂ ਸੀ ਹੋ ਪਾ ਰਿਹਾ ਤੇ ਉਹਨਾਂ ਨੂੰ ਫਿਰ ਹੁਣ ਰੁੱਧਪੁਰ ਐਡਮਿਟ ਕਰਾਇਆ ਗਿਆ। ਇਹਨਾਂ ਵੱਲੋਂ ਵੀ ਬਹੁਤ ਵਧੀਆ ਕਾਰਜ ਕੀਤਾ ਗਿਆ। ਸਾਡੀ ਚੈਨਲ ਟੀਮ ਵੱਲੋਂ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਸੋ ਧੰਨਵਾਦ ਭਾਜੀ। ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੋਗੇ? ਸੋ ਤਸਵੀਰਾਂ ਜਿਹੜੀਆਂ ਨੇ ਬਹੁਤ ਦੁੱਖ ਦੇ ਰਹੀਆਂ ਨੇ। ਤਰਾਈ ਦੇ ਵਿੱਚ ਬਹੁਤ ਵੱਡਾ ਹਾਦਸਾ ਜਿਹੜਾ ਹੋਇਆ, ਕਿਉਂਕਿ ਕੱਲ ਅਸੀਂ ਪੂਰਾ ਦਿਨ ਇਹਨੂੰ ਕਵਰ ਕੀਤਾ ਹੈ ਤੇ ਦੇਸ਼ਾਂ ਵਿਦੇਸ਼ਾਂ ਦੇ ਜਿਹੜੇ ਹਿਰਦੇ ਨੇ ਉਹ ਬਲੁੰਦਰੇ ਗਏ ਨੇ, ਤੇ ਅੱਜ ਅਸੀਂ ਇਸ ਕਰਕੇ ਲਾਈਵ ਕਰ ਰਹੇ ਹਾਂ ਕਿ
ਇਹਨਾਂ ਦੇ ਦੁੱਖ ਵਿੱਚ ਸਾਡੀ ਸੰਗਤਾਂ ਜਿਹੜੀਆਂ ਨੇ ਉਹ ਸ਼ਾਮਲ ਹੋ ਸਕਣ ਤੇ ਇਹਨਾਂ ਪਰਿਵਾਰਾਂ ਦੇ ਪ੍ਰਤੀ ਆਪਣੀ ਸਹਾਨੁਭੂਤੀ ਜਿਹੜੀ ਹੈ ਉਹ ਪੇਸ਼ ਕਰ ਸਕਣ। ਸੋ ਬਹੁਤ ਹੀ ਦੁਖਦ ਤਸਵੀਰਾਂ ਨੇ। ਗੁਰਦੁਆਰਾ ਨਾਨਕ ਮੱਤਾ ਕਮੇਟੀ ਦੇ ਵੀ ਲਗਭਗ ਜ਼ਿਆਦਾਤਰ ਡਾਇਰੈਕਟਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ। ਹੁਣੇ ਅਸੀਂ ਜਨਰਲ ਸੈਕਟਰੀ ਜਿਹੜੇ ਸਰਦਾਰ ਅਮਰਜੀਤ ਸਿੰਘ ਜੀ ਸੀ ਉਹਨਾਂ ਦੇ ਨਾਲ ਵੀ ਥੋੜ੍ਹੀ ਦੇਰ ਤੱਕ ਰੂਬਰੂ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਇਹ ਬਹੁਤ ਹੀ ਦੁਖਦ ਤਸਵੀਰਾਂ ਨੇ। ਬਹੁਤ ਹੀ ਦੂਰੋਂ ਨੇੜਿਓਂ ਇੱਥੇ ਬਹੁਤ ਹੀ ਸੰਖਿਆ ਦੇ ਵਿੱਚ ਜਿਹੜੀ ਹੈ ਉਹ ਸੰਗਤ ਪਹੁੰਚੀ ਹੋਈ ਹੈ। ਸੋ ਇਸ ਇਲਾਕੇ ਨੂੰ ਕੱਲ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ, ਕਿਉਂਕਿ ਜਦੋਂ ਉਹ ਵੀਡੀਓ ਵਾਇਰਲ ਹੋਈਆਂ ਨੇ ਜਿਸ ਤਰ੍ਹਾਂ ਚੀਖ ਪੁਕਾਰ ਮਚ ਰਹੀ ਸੀ, ਛੋਟੇ ਛੋਟੇ ਬੱਚਿਆਂ ਦੀ ਜਦੋਂ ਟਰਾਲੀ ਪਲਟ ਜਾਂਦੀ ਹੈ ਤੇ ਉਸ ਤੋਂ ਬਾਅਦ ਟਰਾਲੀ ਨੂੰ ਕਿਵੇਂ ਸਿੱਧਾ ਕੀਤਾ ਜਾਂਦਾ, ਕਿੰਨਾ ਹਾਲਾਤਾਂ ਦੇ ਵਿੱਚ, ਤੇ ਖੂਨ ਦੇ ਨਾਲ ਸਿਨੇ ਹੋਏ ਭਾਵੇਂ ਬੱਚੇ, ਭਾਵੇਂ ਸਾਡੀਆਂ ਭੈਣਾਂ, ਭਾਵੇਂ ਉੱਥੇ ਕੁਝ ਬਜ਼ੁਰਗ ਵੀ ਸੀ ਜਿਨ੍ਹਾਂ ਦੇ ਹਾਲਾਤ ਜਿਹੜੇ ਸੀ ਉਹ ਬਹੁਤ ਮਾੜੇ ਸੀਗੇ। ਜਿਨ੍ਹਾਂ ਨੇ ਵੀ ਉਹ ਤਸਵੀਰਾਂ ਦੇਖੀਆਂ ਨੇ, ਜਿਨ੍ਹਾਂ ਨੇ ਉਹ ਵਿਜ਼ੂਅਲ ਦੇਖੇ ਨੇ, ਸਭ ਦੇ ਹਿਰਦੇ ਨੇ ਜਿਹੜੇ ਉਹ ਬਲੁੰਦਰੇ ਗਏ ਨੇ। ਸੋ ਉਸੇ ਹੀ ਪਿੰਡ ਤੋਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਅੰਤਮ ਸੰਸਕਾਰ ਜਿਹੜਾ ਉਹਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਨੇ ਤੇ ਇੱਕ ਹੀ ਥਾਂ ਤੇ ਸਾਰਿਆਂ ਦਾ ਸੰਸਕਾਰ ਜਿਹੜਾ ਉਹ ਇਕੱਠਿਆਂ ਕੀਤਾ ਜਾ ਰਿਹਾ। ਪੂਰਾ ਇਲਾਕਾ ਇਸ ਖੇਤਰ ਦਾ ਇੱਥੇ ਲਗਭਗ ਪਹੁੰਚਿਆ ਹੋਇਆ। ਸਾਡੀਆਂ ਸੰਸਥਾਵਾਂ ਵੀ ਜਿਹੜੀਆਂ ਨੇ ਮੁੱਖ ਰੂਪ ਤੋਂ ਭਾਵੇਂ ਡੇਰਾ ਕਾਰ ਸੇਵਾ, ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ ਤੋਂ ਵੀ ਸਾਰੀ ਟੀਮ ਪਹੁੰਚੀ ਹੋਈ ਹੈ। ਜਥੇਦਾਰ ਪਹੁੰਚੇ ਹੋਏ ਨੇ, ਬਾਬਾ ਗੁਰਜੰਟ ਸਿੰਘ ਜੀ ਵੀ ਮੌਕੇ ਤੇ ਪਹੁੰਚੇ ਹੋਏ ਨੇ, ਬਾਬਾ ਬਚਨ ਸਿੰਘ ਜੀ ਵੀ, ਜੋ ਸਾਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਇੱਥੇ ਪਹੁੰਚ ਰਹੇ ਨੇ। ਗੁਰਦੁਆਰਾ ਮੈਨੇਜਮੈਂਟ ਕਮੇਟੀ ਨਾਨਕ ਮੱਤਾ ਸਾਹਿਬ ਦੇ ਜਿਹੜੇ ਜ਼ਿਆਦਾਤਰ ਡਾਇਰੈਕਟਰ ਇੱਥੇ ਪਹੁੰਚੇ ਹੋਏ ਨੇ। ਜਨਰਲ ਸੈਕਟਰੀ ਸਰਦਾਰ ਅਮਰਜੀਤ ਸਿੰਘ ਜੀ ਬੋਪਾ ਰਾਏ ਸਾਹਿਬ ਉਹ ਵੀ ਪਹੁੰਚੇ ਹੋਏ ਨੇ ਤੇ ਕੈਬਨਿਟ ਮਿਨਿਸਟਰ ਨੇ ਜਿਹੜੇ ਸੌਰਵ ਬਹੁਗੁਣਾ ਉਹ ਵੀ ਥੋੜ੍ਹੀ ਦੇਰ ਤੱਕ ਪਹੁੰਚਣ ਵਾਲੇ ਨੇ। ਬਹੁਤ ਹੀ ਦੁਖਦ ਹਾਦਸਾ ਅੱਜ ਇੱਕ ਮਿੰਟ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਦੇ ਜ਼ਿਆਦਾਤਰ ਡਾਇਰੈਕਟਰ ਪਹੁੰਚੇ ਹੋਏ ਨੇ। ਫਤਿਹ ਸਿੰਘ ਖਾਲਸਾ ਜੀ ਪਹੁੰਚੇ ਹੋਏ ਨੇ ਜਿਹੜੇ ਕਿ ਪ੍ਰਚਾਰਕ ਨੇ। ਇਸ ਦੁਖਦ ਭਰੇ ਮਾਹੌਲ ਦੇ ਵਿੱਚ ਇਹਨਾਂ ਨੂੰ ਪੁੱਛਦਿਆਂ ਇਹਨਾਂ ਨੂੰ ਇਹ ਕੀ ਕਹਿਣਾ ਚਾਹੁੰਦੇ ਨੇ। ਹਾਲਾਂਕਿ ਸ਼ਬਦ ਸਾਡੇ ਕੋਲ ਨਹੀਂ, ਅਸੀਂ ਕਿਸ ਤਰ੍ਹਾਂ ਇਹ ਦੁੱਖ ਜਿਹੜਾ ਹੈ ਉਹ ਬਿਆਨ ਕਰੀਏ। ਫਤਿਹ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਨੀ ਚਾਹੂੰਗਾ ਕਿ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ। ਇੱਕ ਮਾਂ ਆਪਣੇ ਬੱਚੇ ਦਾ ਸਭ ਜ਼ਮੀਨ ਜਾਇਦਾਦ ਵੇਚ ਕੇ ਉਹਨੇ ਇਲਾਜ ਕਰਵਾਇਆ। ਇਲਾਜ ਕਰਾ ਕੇ ਤੇ ਗੁਰਦੁਆਰੇ ਅਰਦਾਸ ਕਰਾਉਣ ਵਾਸਤੇ ਜਾ ਰਹੀ ਸੀ, ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਕਿ ਮਹਾਰਾਜ ਤੁਸੀਂ ਮੇਰੇ ਬੱਚੇ ਨੂੰ ਠੀਕ ਕਰ ਦਿੱਤਾ, ਮੈਂ ਸ਼ੁਕਰਾਨਾ ਕਰਕੇ ਆਵਾਂ। ਅੱਜ ਉਹ ਬੱਚਾ ਖਤਮ ਹੋ ਚੁੱਕਾ ਹੈ। ਉਹ ਜਿਹੜੀ ਮਾਂ ਹੈ ਉਹ ਆਪਣੇ ਬੱਚੇ ਦੀ ਡਰੈਸ ਲੈ ਕੇ ਕਹਿ ਰਹੀ ਹੈ ਮੇਰੇ ਬੱਚੇ ਨੂੰ ਉਠਾਓ, ਅੱਜ ਉਹਦਾ ਪੇਪਰ ਹੈ, ਉਹ ਪੇਪਰ ਦੇਣ ਵਾਸਤੇ ਜਾਵੇ। ਅਸੀਂ ਜਿਹੜੇ ਜੀ ਚਲੇ ਗਏ ਆ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਮੈਂ ਸਿੱਖ ਸੰਗਤਾਂ ਔਰ ਸਿੰਘ ਸਭਾਵਾਂ ਔਰ ਸਿੱਖ ਸੁਸਾਇਟੀਆਂ ਤੇ ਇਤਿਹਾਸਕ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਨੀ ਚਾਹੂੰਗਾ ਵੀ ਇਹ ਬਹੁਤ ਹੀ ਲੋੜਵੰਦ ਪਰਿਵਾਰ ਆ, ਬਹੁਤ ਹੀ ਘੱਟ ਪੂੰਜੀ ਵਾਲੇ ਪਰਿਵਾਰ ਆ ਤੇ ਜਿਸ ਤਰ੍ਹਾਂ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਹੇ ਆ। ਆਪਾਂ ਸਾਰੇ ਜੋ ਜਿਹੜੇ ਜੀ ਚਲੇ ਗਏ ਉਹਨਾਂ ਨੂੰ ਤੇ ਵਾਪਸ ਨਹੀਂ ਲਿਆ ਸਕਦੇ, ਪਰ ਜਿਹੜੇ ਫੱਟੜ ਹੋ ਗਏ ਆ, ਜਿਹੜੇ ਹਸਪੀਟਲਾਂ 'ਚ ਪਏ ਆ, ਉਹਨਾਂ ਦੀ ਆਪਾਂ ਸਾਰੇ ਜਣੇ ਸਹਾਇਤਾ ਕਰੀਏ, ਜਿੰਨੀ ਹੋ ਸਕਦੀ ਹੈ ਉਨੀ ਸਹਾਇਤਾ ਕਰੀਏ। ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਕੱਲ ਐਲਾਨ ਕੀਤਾ ਕਿ ਜਿਹੜੇ ਘਾਇਲ ਹਸਪੀਟਲਾਂ ਵਿੱਚ ਪਏ ਆ ਅਸੀਂ ਉਹਨਾਂ ਦੇ ਇਲਾਜ ਦਾ ਸਾਰਾ ਖਰਚਾ ਚੁੱਕਾਂਗੇ। ਹੋਰ ਵੀ ਸਹਾਇਤਾ ਦੀ ਲੋੜ ਆ। ਮੈਂ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਤੇ ਸਿੰਘ ਸਭਾਵਾਂ ਨੇ, ਮੈਂ ਸਮਾਜ ਸੇਵੀ ਸੰਸਥਾਵਾਂ ਨੂੰ ਇਹ ਬੇਨਤੀ ਕਰੂੰਗਾ ਕਿ ਵੀਰੋ ਇਹ ਬਹੁਤ ਹੀ ਲੋੜਵੰਦ ਪਰਿਵਾਰ ਆ। ਜੇ ਇਹ ਸੌਖੇ ਹੁੰਦੇ ਤੇ ਆਪੋ ਆਪਣੀਆਂ ਸਵਾਰੀਆਂ ਤੇ ਜਾਂਦੇ ਔਰ ਇਸੇ ਉਹਨਾਂ ਵਿਚਾਰਿਆਂ ਨੇ ਇੱਕ ਟਰਾਲੀ ਟਰੈਕਟਰ ਤਿਆਰ ਕੀਤਾ ਕਿ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਈਏ, ਪਰ ਵਿਚਾਰਿਆਂ ਨਾਲ ਇਹ ਹਾਦਸਾ ਵਾਪਰ ਗਿਆ। ਇੱਕ ਗੱਲ ਮੈਂ ਸਰਕਾਰ ਨੂੰ ਕਹਿਣੀ ਚਾਹੂੰਗਾ ਭਈ ਇਹ ਜਦੋਂ ਦਾ ਹਾਈਵੇ ਬਣਿਆ ਇੱਥੇ ਐਕਸੀਡੈਂਟ ਬੜੇ ਭਿਆਨਕ ਹੁੰਦੇ ਆ ਔਰ ਜਿੱਥੇ ਜਿੱਥੇ ਉਹਨਾਂ ਜਗ੍ਹਾ ਨੂੰ ਚਿੰਨ੍ਹਿਤ ਕੀਤਾ ਜਾਵੇ ਤੇ ਜਿੱਥੇ ਐਕਸੀਡੈਂਟ ਹੁੰਦੇ ਆ
ਉਹਨਾਂ ਜਗ੍ਹਾ ਦੇ ਉੱਤੇ ਕੋਈ ਐਸੇ ਸਟਾਪਰ, ਕੋਈ ਐਸੇ ਨਿਸ਼ਾਨ ਬਣਾਏ ਜਾਣ, ਕੋਈ ਐਸੀਆਂ ਲਾਈਟਾਂ ਲੱਗਣ ਕਿ ਜਿੱਥੋਂ ਲਿੰਕ ਰੋਡ ਹਾਈਵੇ ਦੇ ਉੱਤੇ ਚੜ੍ਹਦੇ ਆ ਉੱਥੇ ਕੋਈ ਐਸੇ ਇੰਤਜ਼ਾਮ ਕੀਤੇ ਜਾਣ ਕਿ ਐਕਸੀਡੈਂਟ ਨਾ ਹੋਣ। ਜਿਹਦਾ ਸਤਾਰਗੰਜ ਵਾਲਾ ਬਾਈਪਾਸ ਬਣਿਆ, ਅਮਰੀਆ ਪੀਲੀਭੀਤ ਰੋਡ ਵਾਲਾ, ਅਸੀਂ ਕਈ ਵਾਰ ਪ੍ਰਸ਼ਾਸਨ ਨੂੰ ਦੇ ਚੁੱਕੇ ਹਾਂ ਕਿ ਇੱਥੇ ਆਏ ਦਿਨ ਐਕਸੀਡੈਂਟ ਹੁੰਦੇ ਆ, ਲੋਕ ਮਰਦੇ ਆ, ਤੇ ਇਹ ਉਹ ਅਧਿਕਾਰੀ ਵੀ ਇਹ ਗੱਲ ਮੰਨਦੇ ਆ ਕਿ ਇਹ ਚੁਰਾਇਆ ਜਿਹੜਾ ਐਕਸੀਡੈਂਟਲ ਚੁਰਾਇਆ ਮੰਨਿਆ ਗਿਆ ਹੈ। ਪਰ ਅਸੀਂ ਕਈ ਵਾਰੀ ਅਰਜ਼ੀਆਂ ਲਿਖ ਕੇ ਦੇ ਚੁੱਕੇ ਹਾਂ, ਪਬਲਿਕ ਤੋਂ ਲਿਖਾ ਕੇ ਦੇ ਚੁੱਕੇ ਹਾਂ, ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਮੈਂ ਪ੍ਰਸ਼ਾਸਨ ਨੂੰ ਕਹੂੰਗਾ ਕਿ ਇਹ ਜਿਹੜੀਆਂ ਜਗ੍ਹਾ ਜਿੱਥੇ ਐਕਸੀਡੈਂਟ ਹੁੰਦੇ ਆ ਫੌਰਨ ਉਹਨਾਂ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਚਿੰਨ੍ਹਿਤ ਕਰਕੇ ਤੇ ਉਹਨਾਂ ਤੇ ਇੰਤਜ਼ਾਮ ਕੀਤਾ ਤੁਹਾਨੂੰ ਜਾਵੇ। ਮਾਫੀ ਚਾਹਾਂਗੇ, ਅਰਦਾਸ ਹੋ ਰਹੀ ਹੈ, ਆਪਾਂ ਅਰਦਾਸ ਵਿੱਚ ਸ਼ਾਮਲ ਹੁੰਨੇ ਆ। ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। उन्होंने आप लोगों की बहुत हेल्प की है। ਬੇਟੇ ਇੱਕ ਮਿੰਟ, ਅਰਦਾਸ ਹੋ ਰਹੀ, ਇੱਕ ਮਿੰਟ रुक जाओ। अरदास हो रही है, उधर दिखा बाबा जी एक मिनट। ਵਾਹਿਗੁਰੂ ਜੀ ਵਾਹਿਗੁਰੂ। ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਮੈਂ ਸਮੂਹ ਖਾਲਸੇ ਜੀ ਕੀ ਅਰਦਾਸ ਹੈ ਜੀ। ਸਮੂਹ ਖਾਲਸੇ ਜੀ ਕੋ ਵਾਹਿਗੁਰੂ 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 ਵਾਹਿਗੁਰੂ। ਚਿਤ ਆਵੈ ਚਿਤ ਆਮਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆ ਰਿਆਤ ਦੇਗ ਤੇਗ ਫਤਿਹ। ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਬਖਸ਼ਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਭਰੋਸਾ ਦਾਨ ਵਿਵੇਕ ਦਾਨ ਵਿਸਾ ਦਾਨ ਦਾਨਾ ਸਿਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਾਲ ਧਰਮ ਕਾ ਜੈਕਾਰ। ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਉਣਾ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਬਚਾਉਣਾ। ਹੇ ਅਕਾਲ ਪੁਰਖ ਵਾਹਿਗੁਰੂ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਲਯੁਗ ਕੇ ਬੋਹਿਤ ਸ਼ਬਦ ਅਵਤਾਰ ਦਸਾਂ ਗੁਰਾਂ ਦੇ ਆਤਮਿਕ ਸਰੂਪ ਜੀ। ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਜੀ। ਆਪ ਜੀ ਦੇ ਮਹਾਵਾਕ ਹਨ, ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ। ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਹੇ। ਰਾਣਾ ਰਾਵ ਨਾ ਕੋ ਰਿਓ ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਏ ਨਾ ਬੰਦੇ ਧੀਰ। ਦੇ ਮਹਾਵਾਕਾਂ ਅਨੁਸਾਰ ਹੀ ਅਕਾਲ ਪੁਰਖ ਵਾਹਿਗੁਰੂ ਜੀਓ ਆਪ ਜੀ ਦੇ ਭੇਜੇ ਹੋਏ ਜੀਵ ਜੋ ਕਿ ਸਰਦਾਰ ਬੀਬੀ ਗੁਰਨਾਮ ਕੌਰ ਜੀ ਸੁਪਤਨੀ ਸਰਦਾਰ ਸੋਹਣ ਸਿੰਘ ਔਰ ਬੀਬੀ ਜੱਸੋ ਕੌਰ ਜੀ ਜੋ ਕਿ ਸੁਪਤਨੀ ਸਰਦਾਰ ਸੁਰਿੰਦਰ ਸਿੰਘ ਜੀ, ਬੀਬੀ ਸੁਮਨ ਕੌਰ ਜੀ ਬੇਟੀ ਭਜਨ ਸਿੰਘ ਜੀ, ਗੱਜਨ ਸਿੰਘ ਜੀ ਔਰ ਆਕਾਸ਼ ਸਿੰਘ ਬੇਟਾ ਗੁਰਮੇਜ ਸਿੰਘ ਜੀ ਦਾ ਔਰ ਕਾਕਾ ਆਰੀਅਨ ਜੀ ਆਪ ਜੀ ਦੇ ਭੇਜੇ ਹੋਏ ਮਾਤ ਲੋਕ ਵਿੱਚ ਆਏ ਸਨ। ਸਵਾਸਾਂ ਦੀ ਪੂੰਜੀ ਨੂੰ ਖਰਚ ਕਰਦੇ ਹੋਏ ਕੱਲ ਇੱਕ ਦੁਖਦਾਈ ਘਟਨਾ ਵਿੱਚ 5-6 ਸਰੀਰਾਂ ਦੀ ਮੌਤ ਹੋ ਗਈ। ਦਾਤਾ ਜੀ ਇਸ ਵੇਲੇ ਸਾਰਿਆਂ ਦੇ ਪਾਰਥਿਵ ਸਰੀਰ ਮਸਾਨ ਭੂਮਿਕਾ ਵਿੱਚ ਲਿਆ ਕੇ ਚਿਖਾ ਤਿਆਰ ਕੀਤੀਆਂ ਗਈਆਂ ਨੇ। ਦਾਤਾ ਜੀਓ ਆਪ ਜੀ ਕਿਰਪਾ ਕਰੋ, ਹੁਕਮ ਬਖਸ਼ੋ ਅਗਨੀ ਭੇਟ ਕਰਨ ਵਾਸਤੇ। ਦਾਤਾ ਜੀ ਵਿਛੜੀਆਂ ਰੂਹਾਂ ਨੂੰ ਚਰਨਾਂ ਦਾ ਨਿਵਾਸ ਬਖਸ਼ਣਾ ਜੀ। ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦੀ ਦਾਤ ਬਖਸ਼ਣੀ। ਸਰਬਤ ਮਾਈ ਭਾਈ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਜੀ। ਦਾਤਾ ਜੀਓ ਵਿਛੜੀਆਂ ਰੂਹਾਂ ਨੂੰ ਚਰਨਾਂ ਦਾ ਨਿਵਾਸ, ਪਰਿਵਾਰਾਂ ਨੂੰ ਭਾਣਾ ਮੰਨਣ ਦੀ ਦਾਤ। ਸਹੀ ਪਿਆਰੇ ਮੇਲ ਜਿੰਨਾ ਮਿਲਿਆ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਬਹੁਤ ਹੀ ਦੁਖਦ ਤਸਵੀਰਾਂ, ਬਹੁਤ ਹੀ ਜਿਨ੍ਹਾਂ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਜਿਹੜਾ ਬਹੁਤ ਔਖਾ ਹੈ। ਸੋ ਚਿਖਾ ਜੋ ਤਿਆਰ ਕਰ ਲਈ ਗਈ ਹੈ, ਉਹਨੂੰ ਅਗਨ ਭੇਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।
ਅਰਦਾਸ ਵੀ ਹੋ ਚੁੱਕੀ ਹੈ। ਇੱਕ ਪਾਸੇ ਤੋਂ ਲੱਗਣਗੇ। ਆਓ ਸਾਰੇ ਆਪਾਂ ਰਲ ਮਿਲ ਕੇ ਜਿਹੜਾ ਵੀ ਸਾਡੇ ਨਾਲ ਜੁੜਿਆ ਹੋਇਆ ਹੈ ਜ਼ਰੂਰ ਇਹਨਾਂ ਪਰਿਵਾਰਾਂ ਦੇ ਇਹਨਾਂ ਨੂੰ ਭਾਣਾ ਮੰਨਣ ਦੀ ਹਿੰਮਤ ਦੇ ਲਈ ਅਤੇ ਇਹਨਾਂ ਹੀ ਸਾਰੇ ਜਿਨ੍ਹਾਂ ਨੇ ਆਪਣੀ ਜਾਨਾਂ ਗਵਾਈਆਂ ਨੇ ਇਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਜ਼ਰੂਰ ਕਰਨੀ ਹੈ। ਸਾਰਿਆਂ ਨੂੰ ਇਕੱਠਿਆਂ ਹੀ ਹੁਣ ਜਿਹੜਾ ਹੈ ਇਹ ਅਗਨ ਭੇਟ ਕੀਤਾ ਜਾਣਾ। ਸ਼ੇਅਰ ਇਹਨੂੰ ਵੱਧ ਤੋਂ ਵੱਧ ਕਰਦੇ ਜਾਓ ਤਾਂ ਜੋ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਜਿਹੜੀ ਹੈ ਇਹਨਾਂ ਦੇ ਦੁੱਖ ਵਿੱਚ ਸ਼ਾਮਲ ਹੋ ਸਕੇ। ਸੋ ਸ਼ਬਦ ਬਿਆਨ ਕਰਨੇ ਸਾਡੇ ਕੋਲ ਸ਼ਬਦ ਮੁੱਕ ਗਏ ਨੇ। ਇੱਥੇ ਦੀਆਂ ਤਸਵੀਰਾਂ ਵੇਖ ਕੇ ਇੱਥੇ ਦੇ ਹਾਲਾਤ ਦੇਖੇ ਇੱਥੇ ਦੇ ਇੱਕ ਹੀ ਪਿੰਡ ਦੇ ਵਿੱਚੋਂ ਇੰਨੀਆਂ ਚਿਖਾਵਾਂ ਜਿਹੜੀਆਂ ਨੇ ਉਹਦੀਆਂ ਤਸਵੀਰਾਂ ਸਾਂਝੀ ਕਰਨ ਲਈ ਸਾਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੇਕਿਨ ਮਜਬੂਰੀ ਸਾਡੀ ਹੈ ਕਿ ਅਸੀਂ ਮੀਡੀਆ ਲਾਈਨ 'ਚ ਹੈਗੇ ਹਾਂ ਅਤੇ ਕੱਲ੍ਹ ਵੀ ਅਸੀਂ ਸਾਰਾ ਤੁਹਾਨੂੰ ਸਾਂਝਾ ਕੀਤਾ ਸੀ। ਦੇਸ਼ਾਂ ਵਿਦੇਸ਼ਾਂ ਦੇ ਸੰਗਤ ਦੇ ਜਿਹੜੇ ਹਿਰਦੇ ਬਲੁੰਦਰੇ ਗਏ ਨੇ ਅਤੇ ਇਹਨਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਦੇ ਲਈ ਇਹ ਅਸੀਂ ਲਾਈਵ ਕਰ ਰਹੇ ਹਾਂ ਤੁਹਾਡੇ ਲਈ ਜੀ। ਸੋ ਸਾਡੀਆਂ ਸਿੱਖ ਸੰਸਥਾਵਾਂ ਦੇ ਸਾਰੇ ਹੀ ਲਗਭਗ ਮੁਖੀ ਇੱਥੇ ਦੇ ਇਲਾਕੇ ਤਰਾਈ ਦੇ ਬੈਲਟ ਦੇ ਪਹੁੰਚੇ ਹੋਏ ਨੇ। ਭਾਵੇਂ ਸਿਆਸੀ ਭਾਵੇਂ ਜਿਹੜੇ ਧਾਰਮਿਕ ਨੇ ਸਾਰੇ ਹੀ ਪਹੁੰਚੇ ਹੋਏ ਨੇ। ਮੱਕੜ ਸਾਹਿਬ ਵੀ ਪਹੁੰਚੇ ਹੋਏ ਨੇ। ਕੀ ਨਾਮ ਤੁਹਾਡਾ? ਦਲੀਪ ਸਿੰਘ ਮੱਕੜ ਸਾਹਿਬ ਵੀ ਪਹੁੰਚੇ ਹੋਏ ਨੇ। ਨਾਨਕ ਮਤਾ ਕਮੇਟੀ ਰਾਸ਼ਟਰੀ ਪ੍ਰਵਕਤਾ ਨੇ ਮੋਦੀ ਵਿਕਾਸ ਮਿਸ਼ਨ ਦੇ ਅਤੇ ਗੁਰਦੁਆਰਾ ਨਾਨਕ ਮਤਾ ਮੈਨੇਜਮੈਂਟ ਕਮੇਟੀ ਦੇ ਲਗਭਗ ਸਾਰੇ ਹੀ ਡਾਇਰੈਕਟਰ ਸਾਹਿਬਾਨ ਜਿਹੜੇ ਨੇ ਉਹ ਪਹੁੰਚੇ ਹੋਏ ਨੇ। ਕੱਲ੍ਹ ਤੋਂ ਹੀ ਡਟੇ ਹੋਏ ਨੇ ਅਤੇ ਇਹਨਾਂ ਪਰਿਵਾਰਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖਲੋਤੇ ਨੇ। ਸੋ ਹੁਣ ਅਗਨ ਭੇਟ ਕਰ ਦਿੱਤਾ ਗਿਆ ਹੈ। ਅਗਨ ਭੇਟ ਉੱਧਰੋਂ ਦੀ ਸਟਾਰਟ ਕਰ ਦਿੱਤਾ ਗਿਆ ਹੈ ਅਤੇ ਸਾਡੇ ਲਈ ਕੁਝ ਮਜਬੂਰੀਆਂ ਨੇ। ਅਗਨ ਭੇਟ ਕਰਨ ਦੀਆਂ ਜਿਹੜੀਆਂ ਉਹ ਤਸਵੀਰਾਂ ਅਸੀਂ ਤੁਹਾਨੂੰ ਨਹੀਂ ਦਿਖਾ ਸਕਦੇ ਲੇਕਿਨ ਬਾਹਰੋਂ ਹੀ ਥੋੜ੍ਹਾ ਦੂਰ ਰਹਿ ਕੇ ਅਸੀਂ ਤੁਹਾਨੂੰ ਦਿਖਾਉਣ ਦੀਆਂ ਕੋਸ਼ਿਸ਼ ਕਰਾਂਗੇ। ਸੋ ਜਕਾਰਿਆਂ ਦੀ ਗੂੰਜ ਕਰਕੇ ਅਗਨ ਭੇਟ ਜਿਹੜਾ ਹੈ ਇਹਨਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ੇਅਰ ਇਹਨੂੰ ਜ਼ਰੂਰ ਕਰਦੇ ਆ ਜੇ ਅਤੇ ਜਿਹੜਾ ਵੀ ਇਸ ਲਾਈਵ ਦੇ ਵਿੱਚ ਜੁੜਿਆ ਹੋਇਆ ਇਹਨਾਂ ਪਰਿਵਾਰਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਨਾ ਚਾਹੁੰਦਾ ਹੈ ਜ਼ਰੂਰ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਇਹਦੇ ਵਿੱਚ ਜ਼ਰੂਰ ਲਗਾਏ। ਇਹਨਾਂ ਦੀ ਸਾਰਿਆਂ ਦੀ ਆਤਮਿਕ ਸ਼ਾਂਤੀ ਦੇ ਲਈ ਆਪਾਂ ਸਾਰਿਆਂ ਹੀ ਰਲ ਮਿਲ ਕੇ ਅਰਦਾਸ ਕਰਨੀ ਹੈ। ਭਾਵੇਂ ਤੁਸੀਂ ਜਿੱਥੇ ਵੀ ਮੌਜੂਦ ਹੋ ਤਾਂ ਬਹੁਤ ਹੀ ਦੁਖਦ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀ ਕਰਨੀ ਪੈ ਰਹੀਆਂ ਨੇ। ਸੋ ਬਹੁਤ ਹੀ ਦੁਖਦ ਤਸਵੀਰਾਂ ਸ਼ਬਦ ਨਹੀਂ ਹੈਗੇ। ਪੂਰਾ ਇਲਾਕਾ ਇਸ ਖੇਤਰ ਦਾ ਅੱਜ ਬਸਗਰ ਪਿੰਡ ਦੇ ਵਿੱਚ ਉਮੜ ਕੇ ਪਹੁੰਚਿਆ ਹੋਇਆ ਹੈ। ਅੰਤਮ ਵਿਦਾਈ ਅੰਤਮ ਅਰਦਾਸ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਏ ਨੇ। ਇਸ ਇਲਾਕੇ ਦੀ ਸਾਰੀ ਹੀ ਸੰਗਤ ਸਾਡੇ ਤਰਾਈ ਦਾ ਹਰ ਜਿਹੜਾ ਹੈ ਭਾਵੇਂ ਸਾਡਾ ਸਿੱਖ ਸੰਸਥਾਵਾਂ ਦੇ ਜਿਹੜੇ ਵੱਡੇ ਆਗੂ ਨੇ ਸਾਰੇ ਹੀ ਲਗਭਗ ਇੱਥੇ ਪਹੁੰਚੇ ਹੋਏ ਨੇ। ਸਿਆਸੀ ਵੀ ਜਿਹੜੇ ਆਗੂ ਨੇ ਉਹ ਸਾਰੇ ਹੌਲੇ ਹੌਲੇ ਪਹੁੰਚ ਰਹੇ ਨੇ। ਹੁਣੇ ਜੋ ਜਾਣਕਾਰੀ ਮਿਲੀ ਹੈ ਕੈਬਨਿਟ ਮਿਨਿਸਟਰ ਜਿਹੜੇ ਨੇ ਸੌਰਵ ਬਹੁਗੁਣਾ ਜੀ ਉਹ ਵੀ ਪਹੁੰਚਣ ਵਾਲੇ ਨੇ ਅਤੇ ਬਾਬਾ ਬਚਨ ਸਿੰਘ ਜੀ ਜਿਹੜੇ ਨੇ ਉਹ ਵੀ ਪਹੁੰਚਣ ਵਾਲੇ ਨੇ। ਥੋੜ੍ਹਾ ਭਾਜੀ ਥੋੜ੍ਹਾ ਜਿਹਾ ਸੋ ਆ ਭਾਈ ਸਾਹਿਬ ਜਿਹੜਾ ਛੋਟਾ ਬੇਟਾ ਜਿਹੜਾ ਉਹ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਹੈ। ਇਕਲੌਤਾ ਬੇਟਾ ਸੀਗਾ। ਸੋ ਕਿਹਦੇ ਪਰਿਵਾਰ ਦੀ ਤੁਹਾਨੂੰ ਅਸੀਂ ਗੱਲ ਦਸੀਏ। ਇੱਕ ਘਰ ਦੇ ਵਿੱਚੋਂ ਦੋ ਜੀ ਚਲੇ ਗਏ ਨੇ। ਇੱਕ 8 ਸਾਲ ਦੀ ਬੱਚੀ ਦੱਸੀ ਜਾ ਰਹੀ ਅਤੇ ਉਹਦੇ ਫਾਦਰ ਸਾਹਿਬ ਇੱਕ ਪਰਿਵਾਰ ਦੇ ਵਿੱਚੋਂ। ਸੋ ਇੱਕ ਪਰਿਵਾਰ ਦੇ ਵਿੱਚੋਂ 7 ਸਾਲ ਦਾ ਜਿਹੜਾ ਬੱਚਾ ਹੈ ਜਿਹਨੂੰ ਬਹੁਤ ਹੀ ਮੰਨਤਾਂ ਮੰਨ ਕੇ ਉਸ ਪਰਿਵਾਰ ਨੇ ਲਿਆ ਸੀ ਅਤੇ ਉਸ ਬੱਚੇ ਦੇ ਲਈ ਪਹਿਲਾਂ ਜਦੋਂ ਬਿਮਾਰ ਸੀ ਬਹੁਤ ਹੀ ਰੁਪਈਆ ਉਹਦੇ ਉੱਤੇ ਲਗਾਇਆ ਅਤੇ ਉਹ ਜਦੋਂ ਠੀਕ ਹੋ ਗਿਆ ਅਤੇ ਸ਼ੁਕਰਾਨੇ ਵਜੋਂ ਉਹ ਜਾ ਰਹੇ ਸੀ ਗੁਰੂ ਘਰ ਦੇ ਦਰਸ਼ਨਾਂ ਦੇ ਲਈ। ਸੋ ਗੁਰੂ ਘਰ ਨਹੀਂ ਪਹੁੰਚ ਪਾਏ। ਸੋ ਇਹ ਹਾਦਸਾ ਹੋ ਗਿਆ। ਸੋ ਤਰਾਈ ਦੇ ਵਿੱਚ ਇਹ ਹਾਦਸਾ ਜਿਹੜਾ ਦੁਖਦ ਹੋਇਆ ਉੱਥੇ ਦੀਆਂ ਕਿਉਂਕਿ ਕੱਲ੍ਹ ਸਾਰਾ ਦਿਨ ਅਸੀਂ ਇਸ ਖਬਰ ਨੂੰ ਕਵਰ ਕਰ ਰਹੇ ਸੀ। ਕੁਝ ਘਾਇਲਾਂ ਨੂੰ ਸਾਡੇ ਵੱਲੋਂ ਵੀ ਪ੍ਰਯਾਸ ਕੀਤਾ ਗਿਆ ਸੀ ਕਿ ਤੁਰੰਤ ਉਹਨਾਂ ਨੂੰ ਐਡਮਿਟ ਕਰਾਇਆ ਜਾ ਸਕੇ। ਜਿੰਨੀ ਵੀ ਸਾਡੇ ਵੱਲੋਂ ਵੀ ਹੋ ਸਕੀ ਅਸੀਂ ਕੋਸ਼ਿਸ਼ ਕੀਤੀ ਹੈ। ਸੋ ਸਾਰੀਆਂ ਸੰਸਥਾਵਾਂ ਦਾ ਉਹਨਾਂ ਦਾ ਧੰਨਵਾਦ ਜਿਹੜੀਆਂ ਵੀ ਸੰਸਥਾਵਾਂ ਇਸ ਔਖੇ ਵੇਲੇ ਇਹਨਾਂ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਨੇ।
ਆ ਤੁਸੀਂ ਦੇਖ ਰਹੇ ਹੋ ਕਿ ਬਹੁਤ ਹੀ ਦੁਨੀਆ ਭਾਵੇਂ ਅਜੇ ਇੱਥੇ ਇੰਨੀ ਵਿਵਸਥਾ ਨਹੀਂ, ਕਿਉਂਕਿ ਇੱਕ ਖੇਤ ਦੇ ਵਿੱਚ ਆ ਜਿਹੜੀ ਹੈ ਜ਼ਮੀਨ ਸਮਤਲ ਕਰਕੇ ਤੇ ਉੱਥੇ ਇੰਤਜ਼ਾਮ ਕੀਤਾ ਗਿਆ। ਪੂਰਾ ਪਿੰਡ ਹੀ ਜਿਹੜਾ ਉਹ ਸੰਗਤ ਦੇ ਨਾਲ ਭਰਿਆ ਹੋਇਆ ਹੈ। ਪਿੱਛੇ ਜਿਹੜਾ ਅਸੀਂ ਪਿੰਡ 'ਚ ਜਾਈਏ ਤੁਸੀਂ ਦੇਖੋ ਜਿਹੜਾ ਦੂਰੇ ਨਾਲ ਬਾਬੇ ਜੀ ਗੁਰਦੁਆਰਾ ਵਾਲੇ ਗੁਰੂ ਕਤਾਲ ਆਗਰਾ ਵਾਲੇ ਗੁਰੂ ਕਤਾਲ ਬਾਬਾ ਜੀ ਆਏ ਨੇ, ਕਿੱਥੇ ਨੇ? ਹਾਂ ਪਿੱਛੇ ਖੜੇ ਸੋ ਗੁਰੂ ਕਾ ਤਾਲ ਆਗਰਾ ਜਿਹੜਾ ਗੁਰੂ ਘਰ ਹੈ, ਉਹਨਾਂ ਦੇ ਮੁਖੀ ਵੀ ਸਾਡੇ ਇੱਥੇ ਪਹੁੰਚੇ ਹੋਏ ਨੇ, ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਨ ਪਹੁੰਚੇ ਹੋਏ ਨੇ। ਇਹਨਾਂ ਪਰਿਵਾਰਾਂ ਦੇ ਨਾਲ ਨੇ, ਇਹਨਾਂ ਦਾ ਵੀ ਮੈਸੇਜ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਭਾਜੀ ਤਸਵੀਰਾਂ ਬਹੁਤ ਦੁਖਦ ਨੇ, ਸ਼ਬਦ ਬਿਆਨ ਨਹੀਂ ਕਰ ਸਕਦੇ ਅਸੀਂ, ਫਿਰ ਵੀ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਸ਼ਰਧਾ ਦੇ ਫੁੱਲ ਜੋ ਅਰਪਣ ਕਰਨਾ? ਅੱਜ ਤੁਸੀਂ ਦੇਖ ਹੀ ਰਹੇ ਹੋ, ਕੱਲ ਦੀ ਬਹੁਤ ਮਾੜੀ ਘਟਨਾ ਹੋਈ ਹੈ ਜੋ ਸ਼ਕਤੀ ਫਾਰਮ ਬਸਗਰ ਗ੍ਰਾਮ ਸਭਾ ਵਿੱਚ। ਉਹਦੇ ਵਿੱਚ ਹੁਣ ਸਾਰੀ ਸੰਪਰਦਾਵਾਂ ਦੇ ਮੁਖੀ, ਸਾਰੀਆਂ ਸੰਸਥਾ ਇੱਥੇ ਪਹੁੰਚੀਆਂ ਨੇ। 10 ਸੰਸਕਾਰ ਹੋ ਰਹੇ ਨੇ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮਹਾਰਾਜ ਉਹਨਾਂ ਨੂੰ, ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ਤੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਸਤਿਗੁਰ ਪ੍ਰਵਾਨ ਕਰਨ। ਜੋ ਅੱਜ ਇਹ ਦੁੱਖ ਦੀ ਘੜੀ ਵਿੱਚ ਆਪਾਂ ਸਾਰੇ ਸਿਖਰਤ ਕਰਨ ਵਾਸਤੇ ਇੱਥੇ ਆਏ ਹਾਂ। ਸਾਡੇ ਕੋਲ ਐਸੇ ਸ਼ਬਦ ਹੀ ਨਹੀਂ ਹੈ ਕਿ ਉਹਨਾਂ ਪਰਿਵਾਰਾਂ ਵਾਸਤੇ ਕੀ ਅਸੀਂ ਕਹੀਏ, ਕਿਉਂਕਿ ਕੱਲ੍ਹ ਦੇ ਮੰਜ਼ਰ ਜਿਹੜੇ ਤੁਸੀਂ ਦੇਖ ਹੀ ਰਹੇ ਹੋ, ਬਹੁਤ ਭਿਆਨਕ ਮੰਜ਼ਰ ਨੇ, ਬਹੁਤ ਬੁਰਾ ਹਾਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਤੋ ਗੁਰਦੁਆਰਾ ਨਾਨਕ ਮੱਤਾ ਕਮੇਟੀ ਦੇ ਜਿਹੜੇ ਜ਼ਿਆਦਾਤਰ ਡਾਇਰੈਕਟਰ ਸਾਹਿਬਾਨ ਨੇ, ਉਹ ਕੱਲ੍ਹ ਤੋਂ ਹੀ ਡਟੇ ਹੋਏ ਨੇ। ਬਹੁਤ ਹੀ ਇਹਨਾਂ ਦਾ ਸ਼ਲਾਘਾਯੋਗ ਉਪਰਾਲਾ ਰਿਹਾ ਹੈ ਕਿ ਪਰਿਵਾਰਾਂ ਦੇ ਨਾਲ ਖਲੋਤੇ ਨੇ। ਕੱਲ੍ਹ ਤੋਂ ਅਸੀਂ ਦੇਖ ਰਹੇ ਹਾਂ, ਭਾਵੇਂ ਘਾਇਲਾਂ ਨੂੰ ਲਿਜਾਣਾ, ਲੰਗਰ ਦੀ ਵਿਵਸਥਾ, ਅੱਜ ਜਿਹੜਾ ਇੱਥੇ ਦਾਹ ਸੰਸਕਾਰ ਕੀਤਾ ਗਿਆ ਉਹਦੇ ਲਈ ਵੀ ਇਹਨਾਂ ਦੀ ਮੈਨੇਜਮੈਂਟ ਕਮੇਟੀ ਵੱਲੋਂ ਉਪਰਾਲੇ ਕੀਤੇ ਗਏ ਨੇ। ਸੋ ਸਾਡੇ ਨਾਲ ਮੌਜੂਦ ਨੇ ਪਲੀਆ ਦੇ ਡਾਇਰੈਕਟਰ ਸਾਹਿਬਾਨ, ਉਹਨਾਂ ਦਾ ਫਤਿਹ ਦੀ ਅਰਜ਼ ਕਰਦੇ ਹਾਂ ਤੇ ਇਹਨਾਂ ਦਾ ਮੈਸੇਜ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੜੀ ਦੁੱਖ ਭਰਿਆ ਘਟਨਾ। ਕੱਲ ਵੀ ਸਾਰੇ ਇੱਥੇ ਰਹੇ, ਕੱਲ ਸਾਰੇ ਸ਼ਾਮੀ ਤੇ ਸੰਸਕਾਰ ਦੇ ਵਿੱਚ ਰਾਤੀ ਫਿਰ ਹਨੇਰਾ ਹੋਣ ਕਰਕੇ ਸੰਸਕਾਰ ਦਾ ਇੰਤਜ਼ਾਮ ਅੱਜ ਕੀਤਾ ਗਿਆ ਸੀ। ਹੁਣ ਸਾਰੇ ਸੰਸਕਾਰ ਤੇ ਸਾਰੇ ਇਕੱਠੇ ਹੋਏ ਨੇ ਤੇ ਨਾਨਕ ਮੱਤਾ ਸਾਹਿਬ ਕਮੇਟੀ ਵੱਲੋਂ ਜੋ ਵੀ ਜਿੰਨਾ ਵੀ ਪ੍ਰਧਾਨ ਜੀ ਨੇ ਕੱਲ ਵੀ ਕਹਿ ਦਿੱਤਾ ਸੀ ਵੀ ਸਾਰਾ ਇਲਾਜ ਵਾਸਤੇ ਸਾਰਾ ਬੰਦੋਬਸਤ ਕੀਤਾ ਜਾਏਗਾ। ਹੋਰ ਵੀ ਸੰਸਥਾ ਸਾਰੀਆਂ ਕਰ ਰਹੀਆਂ ਨੇ ਤੇ ਕਿਸੇ ਵੀ ਮਤਲਬ ਜੋ ਇਹਨਾਂ ਵੀ ਸੰਯੋਗ ਹੋ ਚੁੱਕੇਗਾ ਉਹਨਾਂ ਕਮੇਟੀ ਵੱਲੋਂ ਸਾਰਾ ਹਰ ਤਰੀਕੇ ਨਾਲ ਇਹਨਾਂ ਦਾ ਸੰਭਵ ਇਲਾਜ ਹੋਏਗਾ। ਬਹੁਤ ਬਹੁਤ ਧੰਨਵਾਦ। ਹਰਪਾਲ ਸਿੰਘ ਜੀ ਜਿਹੜੇ ਗੁਰਦੁਆਰਾ ਨਾਨਕ ਮੱਤਾ ਕਮੇਟੀ ਦੇ ਡਾਇਰੈਕਟਰ ਸਾਹਿਬਾਨ ਉਹ ਵੀ ਪਹੁੰਚੇ ਹੋਏ ਨੇ, ਉਹਨਾਂ ਦੇ ਨਾਲ ਫਤਿਹ ਸਾਂਝ ਕਰਕੇ ਉਹਨਾਂ ਦਾ ਮੈਸੇਜ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਇਸ ਦੁਖਦ ਹਾਦਸੇ ਦੇ? ਇਸ ਘਟਨਾ ਦੇ ਵਿੱਚ ਬਹੁਤ ਵੱਡਾ ਦੁੱਖ ਹੈ। ਮਹਾਰਾਜ ਇਹੋ ਜਿਹਾ ਵਕਤ ਫੇਰ ਨਾ ਕਿਸੇ ਨੂੰ ਕਦੀ ਵੀ ਵਿਖਾਵੇ। ਬਾਕੀ ਇਹਦੇ ਵਿੱਚ ਅਸੀਂ SDM ਸਾਹਿਬ ਨੂੰ ਪ੍ਰੇਰਿਤ ਕਰਾਂਗੇ ਨਾਨਕ ਮੱਤਾ ਕਮੇਟੀ ਵੱਲੋਂ। ਰਾਤ ਆਸ਼ਾ ਆਈਆਂ ਸੀ, ਬਖਸ਼ਿਆਂ ਵਿੱਚ ਪਈਆਂ ਸੀ, ਇਹਨਾਂ ਨੇ ਇਹ ਗੌਰ ਨਹੀਂ ਕੀਤੀ ਕਿ ਅਸੀਂ ਲਾਈਟ ਦੇਣੀ ਆ ਕਿ ਨਹੀਂ, ਜਿਹਦੇ ਵਿੱਚ ਬਹੁਤ ਜ਼ਰੂਰੀ ਸੀ ਲਾਈਟ ਦੇਣੀ ਇਹਨਾਂ ਨੂੰ। ਬੱਤੀ ਵਾਲਾ ਮਹਿਕਮੇ ਦਾ ਜਿਹੜਾ ਵੀ ਇੱਥੇ ਵੱਡਾ ਇੰਚਾਰਜ ਹੈ, ਉਹਨੂੰ ਤੁਰੰਤ, ਵੈਸੇ ਸਾਡੀ ਡਿਮਾਂਡ ਹੈ ਕਿ ਉਹਨੂੰ ਸਸਪੈਂਡ ਕਰਨਾ ਚਾਹੀਦਾ ਹੈ। ਵੀ ਐਡੀ ਵੱਡੀ ਦੁਰਘਟਨਾ ਦੇ ਵਿੱਚ ਵੀ ਰਾਤ ਲਾਈਟ ਨਾ ਦੇਣੀ। ਉਹਨਾਂ ਬੱਚੀਆਂ ਨੂੰ, ਵੀਰਾਂ ਨੂੰ, ਬੱਚਿਆਂ ਨੂੰ ਬਰਫ਼ ਵਿੱਚ ਰੱਖਿਆ ਗਿਆ ਜਿਹਦੇ ਵਿੱਚ ਮਸ਼ੀਨਾਂ ਬਿਲਕੁਲ ਮੌਜੂਦ ਸਨ। ਇਹ ਬਹੁਤ ਵੱਡੀ ਦੁਖਦਾਰੀ ਆ। ਮੇਰੀ SDM ਸਾਹਿਬ ਦੇ ਹੋਈ ਗੱਲ, ਆਂਦੇ ਅਸੀਂ ਉਹਨਾਂ ਨੂੰ ਸੂਚਿਤ ਤਾਂ ਕੀਤਾ ਸੀ, ਲੇਕਿਨ ਪਤਾ ਨਹੀਂ ਕਿਉਂ ਨਹੀਂ ਦਿੱਤਾ ਉਹਨਾਂ ਨੇ। ਇਹ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਇਸ ਚੀਜ਼ ਦੇ ਵਾਸਤੇ ਕਹਾਂਗੇ ਵੀ ਇਹ ਜਿਹੜੀ ਪ੍ਰਸ਼ਾਸਨ ਦੇ ਵਿੱਚੋਂ ਨਗੇਲੀ ਹੋ ਰਹੀ ਹੈ, ਇਹੋ ਜਿਹੀਆਂ ਨਗੇਲੀਆਂ ਨਹੀਂ ਹੋਣੀਆਂ ਚਾਹੀਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸੋ ਬਹੁਤ ਹੀ ਸ਼ਰਮਸਾਰ ਘਟਨਾ ਜਿਹੜੀ ਹੈਗੀ ਉਹ ਵੀ ਸਾਡੇ ਸਾਹਮਣੇ ਆ ਰਹੀ ਹੈ ਕਿ ਜਦੋਂ ਬੋਡੀਆਂ ਇੱਥੇ ਪਹੁੰਚ ਗਈਆਂ ਸੀ, ਜਿਹੜੇ ਬਾਕਸ ਨੇ ਬਰਫ਼ ਵਾਲੇ ਜਿਹੜੇ ਇਲੈਕਟ੍ਰੋਨਿਕ ਹੁੰਦੇ ਨੇ ਉਹ ਇੱਥੇ ਲਿਆਂਦੇ ਗਏ ਸੀ, ਲੇਕਿਨ ਲਾਈਟ ਨਾ ਹੋਣ ਕਰਕੇ ਉਹਨਾਂ ਦਾ ਇਸਤੇਮਾਲ ਨਹੀਂ ਸੀ ਕੀਤਾ ਗਿਆ। ਸੋ ਬਰਫ਼ ਲਿਆਣੀ ਪਈ ਹੈ ਤਾਂ ਕਿਤੇ ਜਾ ਕੇ ਉਹਨਾਂ ਦੀ ਸੰਭਾਲ ਕੀਤੀ ਗਈ ਹੈ। ਡਾਇਰੈਕਟਰ ਸਾਹਿਬਾਨ ਨੇ ਦੱਸਿਆ ਕਿ ਇਹ ਵੀ ਬਹੁਤ ਸ਼ਰਮਨਾਕ ਘਟਨਾ ਹੈ। ਇਹ ਜਿਹੜਾ ਮਹਿਕਮਾ ਹੈ, ਬਿਜਲੀ ਮਹਿਕਮਾ, ਉਹਦੇ ਖਿਲਾਫ ਵੀ ਇਹਨਾਂ ਵੱਲੋਂ ਸ਼ਿਕਾਇਤ ਕੀਤੀ ਜਾਏਗੀ। ਸੋ ਹੋਰ ਡਾਇਰੈਕਟਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਹਾਦਸੇ ਦੇ ਬਾਰੇ ਕੱਲ ਸੁਣ ਕੇ ਬਹੁਤ ਦੁਖੀ ਹੋਇਆ। ਹਾਲਾਂਕਿ ਦੂਰ ਹੋਣ ਦੇ ਕਾਰਨ ਨਹੀਂ ਪਹੁੰਚ ਸਕੇ, ਲੇਕਿਨ ਜਦੋਂ ਆ ਕੇ ਇੱਥੇ ਇਹ ਹਾਲਾਤ ਦੇਖੇ
ਬੜਾ ਮਨ ਨੂੰ ਦੁੱਖ ਹੋਇਆ, ਬਹੁਤ ਹੀ ਅਫਸੋਸ ਹੈ। ਅਸੀਂ ਇਸ ਅਫਸੋਸ ਇਤਨਾ ਜ਼ਿਆਦਾ ਹੈ ਕਿ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਅਸੀਂ ਸਰਕਾਰ ਤੋਂ ਮੰਗ ਕਰਾਂਗੇ ਕਿ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਇਹਨਾਂ ਗਰੀਬ ਪਰਿਵਾਰਾਂ ਨੂੰ। ਜੀ ਕੀ ਨਾਮ ਸੀ? ਨਵਤੇਜਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਇਹ ਵੀ ਇਹਨਾਂ ਪਰਿਵਾਰਾਂ ਦੇ ਨਾਲ ਡਟੇ ਹੋਏ ਨੇ। ਫਤਿਹ ਦੀ ਸਾਂਝ ਕਰਦੇ ਆ ਤੇ ਫਿਰ ਇਹਨਾਂ ਦਾ ਸੰਦੇਸ਼। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਹੀ ਦੁਖਦ ਘਟਨਾ ਜਿਹੜੀ ਆ ਸਾਡੇ ਖੇਤਰ ਵਿੱਚ ਹੋਈ ਔਰ ਸਾਰੇ ਮੈਂ ਵੀ ਬਾਹਰ ਸੀਗਾ, ਮੈਨੂੰ ਪਤਾ ਲੱਗਾ, ਮੈਂ ਰਾਤੀ ਪਹੁੰਚਿਆ, ਫਿਰ ਤੁਰੰਤ ਸਾਰੇ ਕੰਮ ਛੱਡ ਕੇ ਸਾਰੇ ਖੇਤਰ ਦੀ ਜਿਹੜੀ ਆ ਉਹ ਹੈਗੀ ਆ ਸੰਗਤ ਆ, ਸਭ ਨੂੰ ਬਹੁਤ ਦੁੱਖ ਆ, ਹਰ ਵਰਗ ਨੂੰ ਬਹੁਤ ਦੁੱਖ ਆ। ਇਸ ਦੁਖਦ ਘਟਨਾ ਵਿੱਚ ਸਾਰੇ ਇਲਾਕੇ ਨੇ ਜੋ ਏਕਤਾ ਦਿਖਾਈ ਆ ਔਰ ਪੀੜਿਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਆਪਣੀ ਵਿਅਕਤ ਕੀਤੀ ਆ। ਅਸੀਂ ਉਹਨਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ, ਲੇਕਿਨ ਹਰ ਤਰੀਕੇ ਦੇ ਨਾਲ ਸਾਰੀ ਸੰਗਤ ਉਹਨਾਂ ਦੇ ਨਾਲ ਖੜੀ, ਪਰਿਵਾਰਾਂ ਦੇ ਨਾਲ ਖੜੀ ਆ। ਸਰਕਾਰ ਨੇ ਮੁਆਵਜ਼ੇ ਦੀ ਘੋਸ਼ਣਾ ਕੀਤੀ ਆ 2-2 ਲੱਖ ਦੀ। ਮੈਂ ਸਮਝਦਾ ਕਿ ਥੋੜ੍ਹੀ ਆ ਘੋਸ਼ਣਾ, ਮੁਆਵਜ਼ਾ 10-10 ਲੱਖ ਕਮ ਸੇ ਕਮ ਮਿਲਣਾ ਚਾਹੀਦਾ। ਪਹਿਲੋਂ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਅਨਹੋਣੀ ਘਟਨਾ ਆਪਣੇ ਖੇਤਰ ਵਿੱਚ ਪ੍ਰਦੇਸ਼ ਵਿੱਚ ਹੋਈਆਂ ਨੇ, ਉੱਥੇ ਮੁਆਵਜ਼ਾ ਜ਼ਿਆਦਾ ਮਿਲਿਆ ਆ। ਅਸੀਂ ਡਿਮਾਂਡ ਕਰਾਂਗੇ, ਮੁੱਖ ਮੰਤਰੀ ਸਾਹਿਬ ਨਾਲ ਮਿਲ ਕੇ ਵੀ ਗੱਲ ਕਰਾਂਗੇ। ਗੁਰਦੁਆਰਾ ਕਮੇਟੀ ਸਾਡੀ ਪੂਰੀ ਲੱਗੀ ਹੋਈ ਆ ਤੇ ਬੜੇ ਸਮਝਦਾਰ ਕਮੇਟੀ ਸਾਰੀ ਹੈਗੀ ਸਾਡੀ ਔਰ ਬਹੁਤ ਵਧੀਆ ਇਹਨਾਂ ਨੇ ਕੱਲ੍ਹ ਤੋਂ ਸੰਭਾਲਿਆ ਪਰਿਵਾਰਾਂ ਨੂੰ। ਇਲਾਜ ਵੀ ਹੋ ਰਿਹਾ ਆ, ਉਹ ਵੀ ਖਰਚਾ ਸਭ ਚੁੱਕ ਰਹੇ ਨੇ, ਬਹੁਤ ਚੰਗੀ ਗੱਲ ਆ। ਔਰ ਸੰਗਤਾਂ ਦੇ ਬਹੁਤ ਫੋਨ ਆਏ ਵਿਦੇਸ਼ੋਂ, ਬਾਹਰੋਂ ਵੀ, ਪੰਜਾਬ ਤੋਂ ਵੀ ਸਾਨੂੰ ਜਿੱਦਾਂ, ਤੇ ਉਹਨਾਂ ਨੇ ਆਖਿਆ ਵੀ ਅਸੀਂ ਤਿਆਰ ਹਾਂ ਮਤਲਬ ਕਰਨ ਵਾਸਤੇ। ਅਸੀਂ ਆਖਿਆ ਵੀ ਠੀਕ ਆ, ਦੱਸਾਂਗੇ ਤੁਹਾਨੂੰ। ਤੇ ਇਹੋ ਹੀ ਆ ਕਿ ਵੀ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਨਾਨਕਮਤਾ ਸਾਹਿਬ ਵਾਲੀ ਆ, ਸਾਰੇ ਉਹਨਾਂ ਦੇ ਨਾਲ ਕੰਧੇ ਦੇ ਨਾਲ ਕੰਧਾ ਮਿਲਾ ਕੇ ਪੀੜਿਤ ਪਰਿਵਾਰਾਂ ਦੇ ਨਾਲ ਖਲੋਤੇ ਆ। ਉਹਨਾਂ ਦੇ ਪੁਨਰਵਾਸ ਵਾਸਤੇ ਵੀ ਉਹਨਾਂ ਦੇ ਜਿਹੜੇ ਚਲੇ ਗਏ ਆ ਉਹਨਾਂ ਨੂੰ ਵਾਪਸ ਨਹੀਂ ਲਿਆ ਸਕਦੇ, ਲੇਕਿਨ ਜੋ ਵੀ ਕਰਨਾ ਹੋਊਗਾ ਉਹਦੇ ਵਿੱਚ ਸਾਰੀ ਸੰਗਤ ਹਰ ਤਰੀਕੇ ਨਾਲ ਆਪਣੇ ਤਿਆਰ ਖੜੀ ਆ ਆਪਣਾ ਸਹਿਯੋਗ ਕਰਨ ਵਾਸਤੇ। ਔਰ ਦੁੱਖ ਦੀ ਘੜੀ ਵਿੱਚ ਅਸੀਂ ਪੂਰੇ ਪਰਿਵਾਰਾਂ ਦੇ ਨਾਲ ਆ, ਸਾਰੀ ਸੰਗਤ ਨਾਲ ਆ। ਇਹ ਜਿਹੜਾ ਹਾਦਸਾ ਇਹ ਯੂਪੀ ਦੇ ਵਿੱਚ ਪੈਂਦਾ ਹੈ ਤੇ ਯੂਪੀ ਗਵਰਨਮੈਂਟ ਨੂੰ ਨਹੀਂ ਸੀ ਚਾਹੀਦਾ ਕਿ ਮੁਆਵਜ਼ੇ ਦੇਣਾ, ਉਹਦੇ ਲਈ ਪ੍ਰਯਾਸ ਨਹੀਂ ਕਰੋਗੇ ਕੁਝ ਉਹ ਜਿਹੜਾ ਕੀਤਾ ਜਾਏ? ਦੇਖੋ ਜੋ ਬਾਰਡਰ ਪੈ ਜਾਂਦਾ ਹੈ ਆਪਣਾ ਜਿਹੜਾ ਰੋਡ ਆ ਉਹ ਮੇਰੇ ਖਿਆਲ ਉਨੀ ਕੀ ਜਗ੍ਹਾ ਆ, ਉਹ ਕਲੀਅਰ ਵੀ ਨਹੀਂ ਕਿ ਯੂਪੀ 'ਚ ਆਇਆ ਕਿਉਂਕਿ ਘਾਇਲਾਂ ਨੂੰ ਉੱਥੇ ਲਿਜਾਇਆ ਗਿਆ, ਯੂਪੀ ਦਾ ਪੁਲਿਸ ਪ੍ਰਸ਼ਾਸਨ ਮੌਜੂਦ ਰਿਹਾ ਸਾਰਿਆਂ ਨੇ। ਇਹ ਤਾਂ ਕਨਫਰਮ ਹੈ ਕਿ ਉਹ ਯੂਪੀ 'ਚ ਹੈਗੀ ਹੈ ਉਹ ਜਗ੍ਹਾ, ਤੇ ਉਹਨਾਂ ਨੂੰ ਵੀ ਕਰਨਾ ਚਾਹੀਦਾ। ਸਰਕਾਰਾਂ ਦੋਵੇਂ ਜਗ੍ਹਾ ਮਤਲਬ ਸਰਕਾਰ ਜਿਹੜੀ ਆ ਸੰਵੇਦਨਸ਼ੀਲ ਆ, ਉਹਨਾਂ ਨੂੰ ਚਾਹੀਦਾ ਕਿ ਆਪਣੀ ਸੰਵੇਦਨਾ ਵਿਅਕਤ ਕਰਦੇ ਹੋਏ ਮੁਆਵਜ਼ਾ ਚਾਹੇ ਉਹ ਦੇਣ, ਸਰਕਾਰ ਨਹੀਂ ਦੇਣਾ, ਕੋਈ ਵੀ ਦੇਵੇ ਉਹ ਦੇਵੇ। ਬਾਕੀ ਕਿਨਾਂ ਦਾ ਸਿੱਖ ਸੰਗਤ ਜਿਹੜੇ ਆ ਉਹਨਾਂ ਨੇ ਸਭ ਨੇ ਆਪਣੇ ਪੂਰੇ ਤਰੀਕੇ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਨੇ ਔਰ ਉਹ ਵੀ ਕਰਨਗੇ। ਸਾਰੀਆਂ ਸੰਗਤਾਂ ਨੂੰ ਮੈਂ ਅਰਦਾਸ ਕਰੂੰਗਾ, ਦੂਰ ਨੇੜੇ ਜਿੰਨੇ ਵੀ ਹੈਗੇ ਆ, ਵਿਦੇਸ਼ਾਂ ਚੋਂ ਵੀ ਬੰਦੇ ਆਪਣੇ ਫੋਨ ਕਰਨ ਡਏ ਸੀਗੇ, ਉਹਨਾਂ ਸਾਰਿਆਂ ਨੂੰ ਕਹੂੰਗਾ ਵੀ ਤੁਸੀਂ ਵੱਧ ਚੜ੍ਹ ਕੇ ਇਹਨਾਂ ਪਰਿਵਾਰਾਂ ਦਾ ਸਹਿਯੋਗ ਕਰੋ ਕਿ ਸਾਨੂੰ ਮੁਆਵਜ਼ੇ ਦੀ ਵੈਸੇ ਤਾਂ ਲੋੜ ਹੀ ਨਹੀਂ ਪੈਣੀ, ਲੇਕਿਨ ਫਿਰ ਵੀ ਸਰਕਾਰਾਂ ਨੂੰ ਚਾਹੀਦਾ ਕਿ ਜੋ ਜਿੱਦਾਂ ਮੰਨ ਲਓ ਦੂਜਿਆਂ ਦੀ ਮਦਦ ਕਰਦੇ ਆ ਤਾਂ ਉਸ ਹਿਸਾਬ ਨਾਲ ਇਹਨਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ। ਇਹ ਵੀ ਆਰੋਪ ਲੱਗੇ ਨੇ ਕਿ ਬਿਜਲੀ ਮਹਿਕਮੇ ਵੱਲੋਂ ਲਾਈਟ ਨਹੀਂ ਦਿੱਤੀ ਗਈ, ਜਿਹਦੇ ਕਰਕੇ ਜਿਹੜੀਆਂ ਇਹਨਾਂ ਦੀਆਂ ਡੈਡ ਬੋਡੀਆਂ ਸੀ ਉਹਨਾਂ ਦੀ ਸੰਭਾਲ ਲਈ ਬੜੀ ਪ੍ਰੋਬਲਮ ਆਈ, ਬਰਫ਼ ਲਿਆਣੀ ਪਈ। ਇਹਦੇ ਲਈ ਕਹੋਗੇ ਬਿਜਲੀ ਮਹਿਕਮੇ ਲਈ ਕੀ ਕਹੋਗੇ? ਇਹ ਤੇ ਬਹੁਤ ਹੀ ਘੋਰ ਲਾਪਰਵਾਹੀ ਕੀਤੀ ਉਹਨਾਂ। ਮੈਂ ਤਾਂ ਚੂੰਕਿ ਰਾਤੀ ਪਹੁੰਚਿਆ 1-2 ਵਜੇ ਸਤਾਰਗੰਜ, ਬਾਹਰ ਸੀਗਾ ਔਰ ਕੱਲ ਨਹੀਂ ਪਹੁੰਚ ਸਕਿਆ ਮੌਕੇ ਤੇ ਲੇਕਿਨ ਜੇ ਨਹੀਂ ਮਤਲਬ ਇਹਦੇ 'ਚ ਧਿਆਨ ਦਿੱਤਾ ਪ੍ਰਸ਼ਾਸਨ ਨੇ ਤੇ ਫਿਰ ਇਹਨਾਂ ਦੀ ਬਹੁਤ ਵੱਡੀ ਨਾਕਾਮਯਾਬੀ ਆ, ਤਾਂ ਉਹਦੇ ਵਿੱਚ ਉਹਨੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਉੱਤੇ ਕੋਈ ਇਹੋ ਜਿਹੀ ਪਰੇਸ਼ਾਨੀ ਕਿਸੇ ਨੂੰ ਨਾ ਵੇਖਣੀ ਪਵੇ। ਬਹੁਤ ਬਹੁਤ ਧੰਨਵਾਦ। ਇਸ ਨੂੰ ਸਾਡੇ ਨਾਲ ਜੁੜੇ ਨਵਤੇਜਪਾਲ ਸਿੰਘ ਜੀ ਜਿਨ੍ਹਾਂ ਨੇ ਆਪਣੇ ਸ਼ਰਧਾ ਦੇ ਫੁੱਲ ਅਰਪਣ ਕੀਤੇ ਆ। ਸੋ ਹੋਰ ਵੀ ਕੋਸ਼ਿਸ਼ ਕਰਾਂਗੇ ਜਿਹੜੇ ਇੱਥੇ ਸਾਡੇ ਸਿੱਖ ਨੁਮਾਇੰਦੇ ਪਹੁੰਚੇ ਨੇ। ਨਿਰਮਲ ਹੰਸਪਾਲ ਜੀ ਸਾਡੇ ਨਾਲ ਮੌਜੂਦ ਨੇ ਨਾਨਕਮਤਾ ਕਮੇਟੀ ਤੋਂ, ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਕਹਿਣਾ ਚਾਹੋਗੇ ਅੱਜ ਦੁਖਦ ਹਾਦਸੇ ਦੇ ਵਿੱਚ? ਮੇਰਾ ਖਿਆਲ ਹੈ ਜੀ ਮੇਰੀ ਜ਼ਿੰਦਗੀ ਦੇ ਵਿਚਕਾਰ ਮੈਂ ਐਸਾ ਦਿਨ ਨਹੀਂ ਵੇਖਿਆ ਕਿ ਆ 6 ਮੌਤਾਂ ਜਿਹੜੀਆਂ ਇੱਕ ਪਿੰਡ ਦੇ ਵਿਚਕਾਰ ਹੋਈਆਂ ਨੇਗੀਆਂ, ਲੇਕਿਨ ਇਹ ਪਰਮ ਪਿਤਾ ਪਰਮਾਤਮਾ ਨੂੰ ਕੀ ਮਨਜ਼ੂਰ ਹੈ, ਅਸੀਂ ਕੁਛ ਨਹੀਂ ਇਹਦੇ ਵਿਚਕਾਰ ਕਰ ਸਕਦੇ। ਆਪ ਜੀ ਨੇ ਕੱਲ੍ਹ ਵੀ ਦੇਖਿਆ ਕਿ ਜਥਾ ਸੰਭਵ ਗੁਰਦੁਆਰਾ ਨਾਨਕਮਤਾ ਪ੍ਰਬੰਧਕ ਕਮੇਟੀ ਨੇ ਆਪਣੇ ਵੱਲੋਂ ਯਤਨ ਕੀਤੇ ਨੇ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਵਾਸਤੇ। ਤੇ ਕੱਲ੍ਹ ਵੀ ਅਸੀਂ ਬੇੜੀ ਵੀ ਸਾਡੀਆਂ ਲਗਾਤਾਰ ਟੀਮਾਂ ਜਿਹੜੀਆਂ ਬੇੜੀ, ਬਰੇਲੀ, ਰੁद्रपुर ਹਰ ਜਗ੍ਹਾ ਜਿੱਥੇ ਜਿੱਥੇ ਸਾਡੇ ਮਰੀਜ਼ ਨੇਗੇ ਅਸੀਂ ਉਹਨਾਂ ਨੂੰ ਸੰਭਾਲਣ ਦਾ ਕੰਮ ਕੀਤਾ ਹੈ। ਅੱਜ ਸਾਡੇ ਸਾਰੇ ਡਾਇਰੈਕਟਰ ਵੀ ਇੱਥੇ ਪਹੁੰਚੇ ਨੇਗੇ, ਕੱਲ੍ਹ ਵੀ ਅਸੀਂ ਮਦਦ ਕੀਤੀ ਹੈ ਤੇ ਅੱਜ ਵੀ ਅਸੀਂ ਸਾਡੇ ਜਨਰਲ ਸਕੱਤਰ ਸਾਹਿਬ ਇੱਥੇ ਮੌਜੂਦ ਨੇ, ਕਿਉਂਕਿ ਇਹ ਜਿਹੜੇ ਸਾਡੇ ਪਰਿਵਾਰ ਵਿਛੋੜਾ ਦੇ ਕੇ ਗਏ ਨੇ ਨਾ, ਬਹੁਤ ਹੀ ਨਿਰਧਨ ਤੇ ਬਹੁਤ ਹੀ ਗਰੀਬ ਪਰਿਵਾਰ ਨੇ। ਅਸੀਂ ਅੱਜ ਉਹਨੇ ਬੈਠ ਕੇ ਥੋੜ੍ਹਾ ਜਿਹਾ ਯਤਨ ਕੀਤਾ ਕਿ ਇਹ ਜਿਹੜੇ ਸਾਡੇ 7 ਪਰਿਵਾਰ ਨੇ ਇਹਨਾਂ ਦੀ ਦਵਾਈ ਦਾਰੂ ਦਾ ਖਰਚਾ ਤੇ ਅਸੀਂ ਕੱਲ੍ਹ ਹੀ ਕਹਿ ਚੁੱਕੇ ਹਾਂ, ਸਾਡੀ ਪ੍ਰਬੰਧਕ ਕਮੇਟੀ ਕਹਿ ਚੁੱਕੀ ਹੈ, ਭਾਵੇਂ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਘਰ ਕਰਾਉਣ, ਜੇ ਸਾਨੂੰ ਉਹਨਾਂ ਨੂੰ ਕੁਝ ਮਰੀਜ਼ ਜਿਹੜੇ ਡੇਂਜਰ ਸਥਿਤੀ ਦੇ ਵਿਚਕਾਰ ਨੇ ਉਹਨਾਂ ਨੂੰ ਸਾਨੂੰ ਜੇ ਦਿੱਲੀ ਵੀ ਲਿਜਾਣਾ ਪਿਆ ਤੇ ਅਸੀਂ ਲਿਜਾਣ ਦਾ ਪ੍ਰਯਾਸ ਕਰਾਂਗੇ। ਅੱਜ ਵੀ ਫੌਰੀ ਤੌਰ ਤੇ ਅਸੀਂ 5-5 ਹਜ਼ਾਰ ਰੁਪਈਆ ਗੁਰਦੁਆਰਾ ਨਾਨਕਮਤਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਿਹੜੇ ਮ੍ਰਿਤਕ ਪਰਿਵਾਰ ਨੇ ਇਹਨਾਂ ਨੂੰ ਅਸੀਂ ਦਿੱਤਾ ਹੈ। ਤੇ ਉਹਦੇ ਤੋਂ ਬਾਅਦ ਅਸੀਂ ਹੋਰ ਜਿਵੇਂ ਹੁਣ ਭਾਈ ਸਾਹਿਬ ਨੇ ਕਿਹਾ, ਅਸੀਂ ਇੱਕ ਕਮੇਟੀ ਬਣਾ ਕੇ ਥੋੜ੍ਹਾ ਜਿਹਾ ਯਤਨ ਕਰਾਂਗੇ
ਕਿ ਕਿਉਂਕਿ ਇਹ ਜਿਹੜੀ ਕੌਮ ਹੈ ਨਾ, ਇਹ ਤੇ ਸਰਬੱਤ ਦਾ ਭਲਾ ਮੰਗਦੀ ਹੈ। ਅਸੀਂ ਦੂਜਿਆਂ ਦੀ ਇੰਨੀ ਮਦਦ ਕਰਦੇ ਹਾਂ, ਇਹ ਤੇ ਫਿਰ ਸਾਡੇ ਆਪਣੇ ਇੰਨੇ ਪਰਿਵਾਰ ਨੇ। ਅਸੀਂ ਅੱਜ ਦੁਪਹਿਰਾਂ ਤੋਂ ਬਾਅਦ ਥੋੜ੍ਹਾ ਜਿਹਾ ਵਿਹਲੇ ਹੋ ਕੇ ਪਹਿਲਾਂ ਜਿਹੜੇ ਸਾਡੇ ਘਾਇਲ ਮਰੀਜ਼ ਨੇ ਅਸੀਂ ਉਹਨਾਂ ਨੂੰ ਵੇਖ ਲਈਏ, ਉਹਦੇ ਤੋਂ ਬਾਅਦ ਕੱਲ੍ਹ ਬੈਠ ਕੇ ਅਸੀਂ ਵਿਸਤਾਰ ਦੇ ਨਾਲ ਚਰਚਾ ਕਰਕੇ ਇਹਨਾਂ ਪਰਿਵਾਰਾਂ ਨੂੰ ਆਉਣ ਵਾਲੇ ਟਾਈਮ ਦੇ ਵਿਚਕਾਰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਹੋਵੇ, ਇਹਨਾਂ ਦੀ ਆਜੀਵਕਾ ਦੇ ਕੋਈ ਨਾ ਕੋਈ ਸਾਧਨ ਬਣਾਉਣ ਦਾ ਵੀ ਅਸੀਂ ਯਤਨ ਕਰਾਂਗੇ। ਗੁਰਦੁਆਰਾ ਨਾਨਕ ਮੱਤਾ ਸਾਹਿਬ ਵੀ, ਹੋਰ ਵੀ ਕਿਤੇ ਜਦ ਇਹਨਾਂ ਨੂੰ ਲੋੜ ਹੋਏਗੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਨਾਲ ਨੇ, ਸਾਰੇ ਡਾਇਰੈਕਟਰ ਨਾਲ ਨੇ ਤੇ ਇੱਦਾਂ ਦੇ ਸਾਥੀ ਸਾਡੇ ਨਾਲ ਨੇ। ਤੇ ਮੇਰਾ ਖਿਆਲ ਹੈ ਕਿ ਆਰਥਿਕ ਤੌਰ ਤੇ ਸਾਨੂੰ ਇਹਨਾਂ ਪਰਿਵਾਰਾਂ ਦੀ ਮਦਦ ਕਰਨ ਵਾਸਤੇ ਕੋਈ ਦਿੱਕਤ ਨਹੀਂ ਆਏਗੀ। ਬਹੁਤ ਬਹੁਤ ਧੰਨਵਾਦ। ਇਹ ਸਨ ਸਾਡੇ ਨਾਲ ਜੁੜੇ ਡਾਕਟਰ ਨਿਰਮਲ ਹੰਸਪਾਲ ਜੀ, ਜਿਹੜੇ ਕਿ ਕੱਲ੍ਹ ਤੋਂ ਹੀ ਡਟੇ ਹੋਏ ਨੇ। ਸੋ ਹੋਰ ਵੀ ਕੋਸ਼ਿਸ਼ ਕਰਦੇ ਹਾਂ। ਡੇਰਾ ਘਰ ਸੇਵਾ ਨਾਨਕਪੁਰੀ ਟਾਂਡਾ ਵੱਲੋਂ ਵੀ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ। ਕੱਲ੍ਹ ਮੈਂ ਦੇਖ ਰਿਹਾ ਸੀ ਬਰੇਲੀ ਜਿਨ੍ਹਾਂ ਦੇ ਹਾਲਾਤ ਠੀਕ ਨਹੀਂ ਸੀ, ਉਹਨਾਂ ਨੂੰ ਬਰੇਲੀ ਤੋਂ ਕੱਢ ਕੇ ਤੇ ਰੁਦਰਪੁਰ ਦੇ ਵਿੱਚ ਸ਼ਿਫਟ ਕੀਤਾ। ਉਹਨਾਂ ਵੱਲੋਂ ਵੀ, ਉਹਨਾਂ ਦੇ ਲਈ ਵੀ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਇੱਥੇ ਦੀ ਸੰਗਤ ਵੱਲੋਂ। ਵਾਹਿਗੁਰੂ ਜੀ। ਸ਼ੰਗਾਰਾ ਸਿੰਘ ਜੀ। ਹਾਂਜੀ, ਤੁਸੀਂ ਕੌਣ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀਓ। मैं दास गुरु का शंगारा सिंह पिंड सलबत्ता और गुरुद्वारा नामता साहिब तो 6वें पातशाह गुरुद्वारा हरगोबिंद साहिब किला साहिब बिडोरा मझौला तो, जो कि अज सारी कमेटी उत्थों दी इत्थे मौजूद है और इस दुख की घड़ी में सारे मौजूद होए हैं। भैणां भरा सारी संगत इत्थे पहुंची है। साध संगत जी, इस घटना का बहुत दुख होया है। साध संगत जी, इस परिवार के नाल असीं दुख साझा करने वास्ते आए हैं। मैं अपील करांगा यूपी सरकार, जोगी मुख मंत्री यूपी, जो कि उन्हां दे अगे अपील करदा हां कि जिहड़े बच्चे ये खत्म हो गए ने उन्हां नूं मुआवजा दिता जावे और उन्हां दे परिवार नूं सरकारी नौकरी मिलनी चाहिदी है। और अज सरकार ने साडी कोई सुनी नहीं। असीं इन्ने इत्थे पहुंचे होए हैं, लेकिन मुख मंत्री साडा उत्तराखंड दा, उन्होंने इत्थे पहुंचना चाहिए है। जोगी सरकार नूं इत्थे पहुंचना चाहिए है। अगर वो पहुंच सके तो साडी बेनती नूं मंजूर करन और इन्हां परिवार नूं सहायता दित्ती जावे। गुरु पातशाह इन्हां शहीदां नूं अपने चरनां विच निवास बख्शिश करन, पिछे परिवार नूं भाणा मनण दा बल बख्शिश करन। वाहिगुरू जी का खालसा ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਇਲਾਕੇ ਦੀਆਂ ਸਾਰੀਆਂ ਹੀ ਸੰਸਥਾਵਾਂ ਜਿਹੜੀਆਂ ਨੇ ਉਹ ਬਹੁਤ ਵਧੀਆ, ਉਹਨਾਂ ਨੇ ਏਕਾ ਦਿਖਾਉਂਦੇ ਸਾਰਿਆਂ ਨੇ ਇੱਥੇ ਸ਼ਿਰਕਤ ਕੀਤੀ ਹੈ। ਆਪਣੇ ਸ਼ਰਧਾ ਦੇ ਫੁੱਲ ਜਿਹੜੇ ਅਰਪਣ ਕੀਤੇ ਤੇ ਯਥਾ ਸੰਭਵ ਜਿਹੜੀ ਵੀ ਮਦਦ ਹੋ ਸਕਦੀ ਹੈ ਉਹ ਸਾਰੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਅਸੀਂ ਸਾਂਝੀ ਕੀਤੀਆਂ ਨੇ, ਕਿਉਂਕਿ ਕੱਲ੍ਹ ਅਸੀਂ ਪੂਰਾ ਦਿਨ ਇਹਨਾਂ ਦੀ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਸੀ। ਸੋ ਅੱਜ ਵੀ ਜਿਹੜਾ ਅੰਤਮ ਸੰਸਕਾਰ ਹੋਇਆ ਉਹਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਇੱਕ ਵਾਰ ਇਸ ਲਾਈਵ ਨੂੰ ਸਾਨੂੰ ਕੱਟਣਾ ਪੈਣਾ। ਜਿੱਥੇ ਤੱਕ ਵੀ ਸਾਡੀ ਨਜ਼ਰ ਜਾ ਰਹੀ ਹੈ, ਤੁਸੀਂ ਦੂਰ ਦੂਰ ਤੱਕ ਦੇਖੋਗੇ, ਉੱਥੇ ਤੱਕ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੈ। ਪਿਛਲੇ ਪੂਰਾ ਪਿੰਡ ਜਿਹੜਾ ਉਹ ਸੰਗਤ ਦੇ ਨਾਲ ਭਰਿਆ ਹੋਇਆ, ਕਿਉਂਕਿ ਇੱਕ ਹੀ ਪਿੰਡ ਦੇ ਵਿੱਚੋਂ ਜਿਹੜੀਆਂ 6-6 ਅਰਥੀਆਂ ਉੱਠਣੀਆਂ, ਇਹ ਸ਼ਾਇਦ ਤੁਸੀਂ ਕਦੀ ਪਹਿਲਾਂ ਨਹੀਂ ਵੇਖਿਆ ਹੋਣਾ ਇਸ ਤਰ੍ਹਾਂ ਦਾ ਮੰਜ਼ਰ। ਸੋ ਸੜਕ ਭਾਵੇਂ ਥੋੜ੍ਹੀ ਜਿਹੀ ਟਾਈਟ ਹੈ, ਲੇਕਿਨ ਉਹਦੇ ਬਾਵਜੂਦ ਜਿਹੜੇ ਤੁਸੀਂ ਵੇਖੋ ਪੂਰੀ ਰੋਡ ਜਿਹੜੀ ਉਹ ਸੰਗਤ ਦੇ ਨਾਲ ਭਰੀ ਹੋਈ ਹੈ। ਪੂਰੇ ਪਿੰਡ ਦੇ ਵਿੱਚ ਜਿਹੜੀ ਹੈ ਉਹ ਸੰਗਤ ਭਰੀ ਹੋਈ ਹੈ। ਸੋ ਕੋਸ਼ਿਸ਼ ਕਰਦੇ ਹਾਂ ਹੁਣ ਤੁਹਾਨੂੰ ਉੱਥੇ ਗੁਰੂ ਘਰ ਦੇ ਕੋਲ ਲੈ ਕੇ ਜਾਂਦੇ ਹਾਂ ਤੇ ਉੱਥੇ ਦੀ ਸੰਗਤ ਦੇ ਤੁਹਾਨੂੰ ਦਰਸ਼ਨ ਕਰਾਉਣਾ ਕਿੰਨੀ ਕੁ ਸੰਗਤ ਉੱਥੇ ਮੌਜੂਦ ਹੈ। ਸੋ ਇੱਕ ਵਾਰ ਇੱਥੋਂ ਦੀ ਸ਼ਮਸ਼ਾਨ ਭੂਮੀ ਤੋਂ ਇੱਥੋਂ ਦੀ ਵਾਪਸ ਚੱਲਦੇ ਹੋਏ ਹੁਣ ਜਿਹੜਾ ਗੁਰੂ ਘਰ ਹੈ ਉੱਥੇ ਸੰਗਤ ਇਕੱਠੀ ਹੋ ਰਹੀ ਹੈ, ਉੱਥੇ ਤੁਹਾਨੂੰ ਲਿਜਾਣ ਦੀ ਕੋਸ਼ਿਸ਼ ਕਰਦੇ ਹਾਂ। ਜੁੜੇ ਰਹੋ ਤੇ ਸ਼ੇਅਰ ਇਹਨੂੰ ਵੱਧ ਤੋਂ ਵੱਧ ਜ਼ਰੂਰ ਕਰਦੇ ਜਾਓ ਤੇ ਹਾਜ਼ਰੀ ਆਪਣੀ ਜ਼ਰੂਰ ਲਗਾਓ ਇਹਨਾਂ ਸਾਰਿਆਂ ਦੀ ਆਤਮਿਕ ਸ਼ਾਂਤੀ ਦੇ ਲਈ। ਸੋ ਪਿੰਡ ਬਕਸਰ ਜਿਹੜਾ ਸ਼ਕਤੀ ਫਾਰਮ ਦੇ ਲਾਗੇ ਜਿਹੜਾ ਪਿੰਡ ਹੈ, ਜਿੱਥੇ ਦੀ ਸੰਗਤ ਗੁਰੂ ਘਰ ਦੇ ਦਰਸ਼ਨਾਂ ਨੂੰ ਜਾ ਰਹੀ ਸੀ, ਜਿਹੜੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਟਰੈਕਟਰ ਟਰਾਲੀ, ਤੇ ਜਿਹਦੇ ਵਿੱਚ ਕਈ ਲੋਕ ਅਜੇ ਬਹੁਤ ਹੀ ਬੁਰੀ ਤਰੀਕੇ ਦੇ ਨਾਲ ਜ਼ਖਮੀ ਵੀ ਨੇ। ਸੋ ਉਸ ਪਿੰਡ ਤੋਂ ਹੀ ਤੁਹਾਨੂੰ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਸੋ ਜਿਸ ਵੀ ਜਗ੍ਹਾ ਤੇ ਅਸੀਂ ਜਾ ਰਹੇ ਹਾਂ ਉੱਥੇ ਹੀ ਉੱਥੇ ਸੰਗਤ ਨਜ਼ਰ ਆ ਰਹੀ ਹੈ ਸਾਨੂੰ। ਸੋ ਇਸ ਪਿੰਡ ਦੇ ਗੁਰੂ ਘਰ ਦੇ ਵਿੱਚ ਵੀ ਬਹੁਤ ਹੀ ਸੰਗਤ ਮੌਜੂਦ ਹੈ। ਸੋ ਤੁਹਾਨੂੰ ਉੱਥੋਂ ਹੁਣ ਫਿਰ ਜੋੜਾਂਗੇ
ਸ਼ੇਅਰ ਇਹਨੂੰ ਜ਼ਰੂਰ ਕਰਦੇ ਜਾਇਆ ਜੇ। ਹਾਜ਼ਰੀ ਆਪਣੀ ਜ਼ਰੂਰ ਤੁਸੀਂ ਲਗਾਓ ਇਹਨਾਂ ਸਾਰਿਆਂ ਦੀ ਆਤਮਿਕ ਸ਼ਾਂਤੀ ਦੇ ਲਈ, ਅਰਦਾਸ ਦੇ ਲਈ। ਕੱਲ੍ਹ ਵੀ ਸਾਡਾ ਪੂਰਾ ਦਿਨ ਪ੍ਰਯਾਸ ਰਿਹਾ ਕਿ ਜਿਹੜੇ ਫੱਟੜ ਹੋਏ ਨੇ ਉਹਨਾਂ ਨੂੰ ਪ੍ਰਾਇਓਰਟੀ ਦੇ ਤੌਰ 'ਤੇ ਪਹਿਲਾਂ ਜਿੱਥੇ ਵੀ ਹੋ ਸਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਡੀਕਲ ਏਡ ਦੀ ਇਲਾਜ ਦੀ ਲੋੜ ਸੀ। ਉਹਦੇ ਵਿੱਚ ਡੇਰਾ ਕਾਰ ਸੇਵਾ ਨਾਨਕਪੁਰੀ ਟਾਂਡਾ ਬਾਬਾ ਬਚਨ ਸਿੰਘ ਜੀ ਦੇ ਜਿਹੜੇ ਇੱਥੇ ਦੇ ਜਥੇਦਾਰ ਨੇ ਗੁਰਜੰਟ ਸਿੰਘ ਜੀ, ਪੂਰੀ ਉਹਨਾਂ ਦੀ ਟੀਮ ਡਟੀ ਹੋਈ ਸੀ ਅਤੇ ਮੈਨੇਜਮੈਂਟ ਕਮੇਟੀ ਨਾਨਕ ਮੱਤਾ ਸਾਹਿਬ ਵੱਲੋਂ ਵੀ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਕੱਲ੍ਹ, ਉਹ ਵੀ ਪੂਰੀ ਡਟੀ ਹੋਈ ਸੀ। ਹੋਰ ਵੀ ਕਈ ਸੰਸਥਾਵਾਂ ਜਿਹੜੀਆਂ ਨੇ ਉਹ ਇਸ ਵਾਰ ਅੱਗੇ ਆ ਕੇ ਇਹਨਾਂ ਪਰਿਵਾਰਾਂ ਦੇ ਨਾਲ ਖਲੋਤੀਆਂ ਨੇ। ਸੋ ਇਹ ਬਹੁਤ ਵਧੀਆ ਏਕਾ ਦਿਖਾਇਆ ਸਾਡੀਆਂ ਸੰਸਥਾਵਾਂ ਦੇ, ਜਿਹੜੀ ਕਿ ਐਕਟਿਵ ਹੋ ਕੇ ਹਰ ਸੰਭਵ ਮਦਦ ਇਹਨਾਂ ਪਰਿਵਾਰਾਂ ਦੀ ਕੀਤੀ ਹੈ। ਭਾਵੇਂ ਇੱਥੇ ਲੰਗਰ ਪਾਣੀ ਦੀ ਵਿਵਸਥਾ ਹੈ ਜਾਂ ਇਹਨਾਂ ਦੇ ਦਾਹ ਸੰਸਕਾਰ ਦੀ, ਅਤੇ ਜਿਹੜੇ ਘਾਇਲ ਹੋਏ ਨੇ, ਜਿਹੜੇ ਫੱਟੜ ਹੋਏ ਨੇ, ਉਹਨਾਂ ਦੇ ਇਲਾਜ ਦੇ ਲਈ ਵੀ ਅੱਗੇ ਆਈਆਂ ਨੇ ਸਾਡੀਆਂ ਸੰਸਥਾਵਾਂ। ਇਹ ਉਹਨਾਂ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਇਸ ਵਾਰ। ਸੋ ਉਮੀਦ ਕਰਦੇ ਹਾਂ, ਆਸ ਕਰਦੇ ਹਾਂ ਕਿ ਸੰਸਥਾਵਾਂ ਅੱਗੇ ਵੀ ਜਦੋਂ ਕੋਈ ਵਿਪਦਾ ਆਉਂਦੀ ਹੈ ਸਾਡੇ ਭਾਈਚਾਰੇ 'ਤੇ, ਅਤੇ ਜੇ ਅਸੀਂ ਦੂਜਿਆਂ ਦੇ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ, 7 ਸਮੁੰਦਰ ਪਾਰ ਤੱਕ ਵੀ ਪਹੁੰਚ ਜਾਂਦੇ ਹਾਂ ਮਦਦ ਕਰਨ ਦੇ ਲਈ, ਅਤੇ ਸਾਡੇ ਆਪਣੇ ਕੌਮ 'ਤੇ ਜਦੋਂ ਵਿਪਦਾ ਆਏ ਅਤੇ ਇਸੇ ਤਰ੍ਹਾਂ ਹੀ ਐਕਟਿਵ ਰਹਿ ਕੇ ਉਹ ਆਪਣਾ ਵਧੀਆ ਰੋਲ ਅਦਾ ਕਰਨ ਅਤੇ ਹਰ ਸੰਭਵ ਮਦਦ ਕਰਨ। ਇਹ ਪਿੰਡ ਹੈ ਬਕਸਰ, ਪੂਰਾ ਜਿਹੜਾ ਹੈ ਅੱਗੇ ਤੱਕ ਜਿੱਥੇ ਤੱਕ ਵੇਖੋ ਤੁਹਾਨੂੰ ਇਹ ਸੰਗਤ ਹੀ ਸੰਗਤ ਨਜ਼ਰ ਆਏਗੀ। ਪੂਰੇ ਇਸ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਇਸ ਵੇਲੇ ਇੱਥੇ ਪਹੁੰਚੀ ਹੋਈ ਹੈ। ਸਾਡੀਆਂ ਲਗਭਗ ਸਾਰੀਆਂ ਹੀ ਤਰਾਈ ਦੀਆਂ ਸੰਸਥਾਵਾਂ ਦੇ, ਭਾਵੇਂ ਧਾਰਮਿਕ ਸੰਸਥਾਵਾਂ ਦੇ ਆਗੂ, ਭਾਵੇਂ ਸਿਆਸੀ ਆਗੂ, ਲਗਭਗ ਸਾਰੇ ਹੀ ਚਿਹਰੇ ਇੱਥੇ ਜਿਹੜੇ ਸਾਡੇ ਮੌਜੂਦ ਨੇ, ਕਿਉਂਕਿ ਹਾਦਸਾ ਹੀ ਇੰਨਾ ਵੱਡਾ ਹੈ। ਜਿਨ੍ਹਾਂ ਨੇ ਵੀ ਉਹ ਤਸਵੀਰਾਂ ਦੇਖੀਆਂ ਨੇ ਕੱਲ੍ਹ, ਸ਼ਬਦਾਂ ਤੋਂ ਬਿਆਨ ਨਹੀਂ ਕੀਤੀ ਜਾ ਸਕਦੀਆਂ। ਇਸ ਤਰ੍ਹਾਂ ਦੇ ਭਿਆਨਕ ਮੰਜ਼ਰ ਜਿਹੜੇ ਨੇ ਉਹ ਅਜੇ ਵੀ ਜਿਹੜੇ ਸੋਚ ਕੇ ਨੇ ਰੌਂਗਟੇ ਖੜੇ ਹੁੰਦੇ ਨੇ। ਇਸ ਤਰ੍ਹਾਂ ਦੇ ਹਾਲਾਤ ਇੱਕ ਪਰਿਵਾਰ ਸ਼ਾਇਦ ਇਹ ਹੈ, ਇਸ ਪਰਿਵਾਰ ਠੀਕ ਠਾਕ आओ आओ गुरु को कोई नहीं बोलोगे कुछ बोलना आओ इधर आओ इधर सो पाशल की ना थोड़ा जसविंदर मान के सब जी की कहना चाहोगे? बहुत घटना बहुत दुखदाई है, बहुत माड़ा होया है। परमात्मा ने उन्होंने चरणों के स्थान बख्शिश करे। ਜਿਹੜੇ ਲੋਕ ਇੰਜਰਡ ਨੇ, ਜਿਨ੍ਹਾਂ ਨੂੰ ਬਹੁਤ ਸਾਰੇ ਸੱਟਾਂ ਲੱਗੀਆਂ ਨੇ, ਪਰਮਾਤਮਾ ਨੂੰ ਜਲਦ ਤੋਂ ਜਲਦ ਠੀਕ ਕਰੇ। ਇਹ ਪਰਮਾਤਮਾ ਦੇ ਅੱਗੇ ਰਿਕੁਐਸਟ ਹੈ। ਬਾਕੀ ਸ਼ਾਸਨ ਪ੍ਰਸ਼ਾਸਨ ਜਿੰਨੀਆਂ ਵੀ ਜਥੇਬੰਦੀਆਂ ਇੱਥੋਂ, ਖਾਸ ਤੌਰ 'ਤੇ ਨਾਨਕ ਮੱਤਾ ਸਾਹਿਬ, ਬਾਬਾ ਬੁੱਢਾ ਸਾਹਿਬ, ਇਹਨਾਂ ਸਾਰੀਆਂ ਕਮੇਟੀਆਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਹੈ। ਲੋਕਾਂ ਦੀ ਬਹੁਤ ਮਦਦ ਕਰ ਰਹੇ ਨੇ। ਇਹਨਾਂ ਨੇ ਬਹੁਤ ਚੰਗੇ ਕੰਮ ਕੀਤੇ ਨੇ। ਸੋ ਹੁਣ ਤੁਹਾਨੂੰ ਇੱਥੇ ਦਾ ਜਿਹੜਾ ਗੁਰੂ ਘਰ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਦੂਰ ਦੂਰ ਤੱਕ ਤੁਸੀਂ ਦੇਖੋ, ਦੂਰ ਦੂਰ ਤੱਕ ਜਿਹੜੀ ਤੁਹਾਡੀ ਜਿੱਥੇ ਤੱਕ ਤੁਹਾਨੂੰ ਨਜ਼ਰ ਜਾਏਗੀ ਉੱਥੇ ਹੀ ਸੰਗਤ ਨਜ਼ਰ ਤੁਹਾਨੂੰ ਆ ਰਹੀ ਹੋਣੀ ਹੈ। ਸੋ ਗੁਰੂ ਘਰ 'ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ, ਜਿਹੜਾ ਕਿ ਉੱਤਮ ਨਗਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੋਂ ਗੁਰਦੁਆਰਾ, ਜਿਸ ਗੁਰੂ ਘਰ ਦੇ ਦਰਸ਼ਨਾਂ ਦੇ ਲਈ ਇਹ ਸੰਗਤ ਤੁਰੀ ਸੀ ਘਰੋਂ, ਉਸੇ ਹੀ ਗੁਰੂ ਘਰ ਤੋਂ ਉਸ ਕਮੇਟੀ ਨੇ ਇੱਥੇ ਅੱਜ ਕੱਲ੍ਹ ਵੀ ਪ੍ਰਬੰਧ ਕੀਤਾ ਸੀ ਲੰਗਰ ਦਾ, ਅਤੇ ਅੱਜ ਵੀ ਸਾਰੀ ਸੰਗਤ ਦੇ ਲਈ ਲੰਗਰ ਦਾ ਉਹਨਾਂ ਵੱਲ ਪ੍ਰਬੰਧ ਕੀਤਾ। ਹਜ਼ਾਰਾਂ ਹੀ ਤਾਦਾਦ 'ਤੇ ਜਿਹੜੀ ਸੰਗਤ ਤੇ ਇੱਥੇ ਪਹੁੰਚੀ ਹੋਈ ਹੈ ਆਪਣੇ ਸ਼ਰਧਾ ਦੇ ਫੁੱਲ ਅਰਪਣ ਕਰਨ। ਇਸ ਬਹੁਤ ਹੀ ਦਰਦਨਾਕ ਹਾਦਸਾ
ਜਿਹਨੇ ਵੀ ਉਹ ਵਿਜ਼ੂਅਲ ਦੇਖੇ ਨੇ ਜਾਂ ਫੋਟੋ ਦੇਖੇ ਨੇ, ਸ਼ਾਇਦ ਉਹ ਜਿਹੜਾ ਮੰਜ਼ਰ ਹੈ ਇਤਨਾ ਭਿਆਨਕ ਮੰਜ਼ਰ ਹੈ ਕਿ ਕਮਜ਼ੋਰ ਦਿਲ ਵਾਲੇ ਜਿਹੜੇ ਨੇ ਉਹ ਨਹੀਂ ਦੇਖ ਸਕਦੇ। ਕਿਉਂਕਿ ਟਰਾਲੀ ਜਦੋਂ ਪਲਟ ਜਾਂਦੀ ਹੈ, ਸਿੱਧਾ ਪਿੱਛੋਂ ਦੀ ਜਿਹੜੀ ਸੰਗਤ ਭਾਵੇਂ ਡਾਲੇ ਤੇ ਪੈਰ ਥੱਲੇ ਕਰਕੇ, ਬੱਚੇ ਸੀ, ਭੈਣਾਂ ਸੀ ਤੇ ਹੋਰ ਸਾਡੇ ਨੌਜਵਾਨ, ਜਦੋਂ ਉੱਥੇ ਪਿੱਛੋਂ ਦੀ ਟਰੱਕ ਸਿੱਧਾ ਟੱਕਰ ਮਾਰਦਾ, ਟਰਾਲੀ ਇੱਕਦਮ ਪਲਟ ਜਾਂਦੀ ਤੇ ਟਰਾਲੀ ਦੇ ਵਿੱਚ ਹੀ ਥੱਲੇ ਦਬ ਜਾਂਦੇ ਨੇ ਸਾਰੇ, ਚੀਖ ਪੁਕਾਰ ਮਚ ਜਾਂਦੀ ਹੈ। ਬਹੁਤ ਹੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਉੱਥੋਂ ਜਿਹੜੇ ਆਸ-ਪਾਸ ਦੇ ਜਿਹੜੇ ਵਸਨੀਕ ਸੀ ਉਹਨਾਂ ਵੱਲੋਂ ਟਰਾਲੀ ਜਿਹੜੀ ਉਹ ਸਿੱਧੀ ਕੀਤੀ ਜਾਂਦੀ ਹੈ, ਨਹੀਂ ਤਾਂ ਜਿਹੜਾ ਇਹ ਜਾਨੀ ਨੁਕਸਾਨ ਹੋਇਆ ਇਹ ਹੋਰ ਵੱਧ ਸਕਦਾ ਸੀਗਾ। ਕਿਉਂਕਿ ਆਪਣੇ ਹੱਥਾਂ ਦੇ ਨਾਲ ਉਸ ਟਰਾਲੀ ਨੂੰ ਉਹਨਾਂ ਨੇ ਸਿੱਧਾ ਕਰਕੇ ਬਹੁਤ ਹੀ ਮੁਸ਼ਕਿਲ ਹਾਲਾਤਾਂ ਦੇ ਵਿੱਚ ਉਹਨਾਂ ਜਿਹੜੇ ਵਿੱਚ ਦੱਬੇ ਹੋਏ ਸੀ ਉਹਨਾਂ ਨੂੰ ਕੱਢਣ 'ਚ ਕਾਮਯਾਬ ਹੋਏ ਸੀ। ਭਾਵੇਂ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਐਂਬੂਲੈਂਸ ਸਮੇਂ ਸਿਰ ਉੱਥੇ ਨਹੀਂ ਪਹੁੰਚ ਪਾਈ, ਜਿਹੜੀ ਮੈਡੀਕਲ ਏਡ ਉਹ ਸਮੇਂ ਸਿਰ ਨਹੀਂ ਇਹਨਾਂ ਨੂੰ ਮਿਲ ਪਾਈ। ਜੇ ਸਮੇਂ ਸਿਰ ਮਿਲ ਜਾਂਦੀ ਤੇ ਜਾਨੀ ਨੁਕਸਾਨ ਜਿਹੜਾ ਉਹ ਸ਼ਾਇਦ ਜਿਹੜਾ ਥੋੜ੍ਹਾ ਜਿਹਾ ਘਟ ਜਾਂਦਾ। ਸੋ ਘਟਨਾ ਜੋ ਹੋਈ ਹੈ ਉਹ ਵਾਪਸ ਨਹੀਂ ਆ ਸਕਦੀ। ਲੇਕਿਨ ਇੱਕ ਇਹ ਸੁਖਦ ਅਸੀਂ ਤੁਹਾਨੂੰ ਦੱਸਣਾ ਚਾਹਾਂ, ਕਿਉਂਕਿ ਕੱਲ੍ਹ ਪੂਰਾ ਦਿਨ ਇਸ ਖਬਰ ਨੂੰ ਕਵਰ ਕੀਤਾ ਹੈ ਤੇ ਸਾਡੀਆਂ ਸੰਸਥਾਵਾਂ ਜਿਹੜੀਆਂ ਐਕਟਿਵ ਹੋਈਆਂ ਨੇ ਉਹਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ। ਤੁਰੰਤ ਹੀ ਐਕਟਿਵ ਹੋ ਕੇ ਪੂਰੀ ਦੇਰ ਰਾਤ ਤੱਕ ਉਹ ਟੁੱਟੀਆਂ ਹੋਈਆਂ ਜਿਨ੍ਹਾਂ ਤੇ ਆਰੋਪ ਲੱਗਦਾ ਸੀ, ਜਿਨ੍ਹਾਂ ਤੇ ਬਲੇਮ ਲੱਗਦਾ ਸੀ ਕਿ ਸਾਡੀਆਂ ਸੰਸਥਾਵਾਂ ਇਸ ਤਰ੍ਹਾਂ ਦੇ ਜਿਹੜੇ ਮੌਕੇ ਹੁੰਦੇ ਨੇ ਉਹਨਾਂ ਤੇ ਬਿਲਕੁਲ ਸੁਸਤ ਰਹਿੰਦੀਆਂ ਨੇ, ਕੋਈ ਧਿਆਨ ਨਹੀਂ ਰਹਿੰਦੀਆਂ। ਲੇਕਿਨ ਇਸ ਘਟਨਾ ਤੇ ਜਿਸ ਤਰ੍ਹਾਂ ਇਹ ਸੰਸਥਾਵਾਂ ਐਕਟਿਵ ਰਹੀਆਂ ਨੇ ਉਹ ਅਸੀਂ ਉਮੀਦ ਕਰਦੇ ਹਾਂ ਇਹਨਾਂ ਸਾਰੀ ਸੰਸਥਾਵਾਂ ਤੋਂ ਕਿ ਕਦੀ ਵੀ ਇਸ ਤਰ੍ਹਾਂ ਦੀ ਅਗਰ ਰੱਬ ਨਾ ਕਰੇ ਕੁਛ ਇਸ ਤਰ੍ਹਾਂ ਦੀ ਵਿਪਦਾ ਆਉਂਦੀ ਹੈ ਤੇ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਹੈ ਉਹ ਰੋਲ ਇਹਦੇ ਵਿੱਚ ਅਦਾ ਕਰਨ। ਖਾਸ ਕਰਕੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼੍ਰੀ ਨਾਨਕਮੱਤਾ ਸਾਹਿਬ, ਡੇਰਾ ਕਾਰ ਸੇਵਾ, ਗੁਰਦੁਆਰਾ ਨਾਨਕਪੁਰੀ ਟਾਂਡਾ ਸਾਹਿਬ, ਜਿਹੜੇ ਇੱਥੇ ਦੇ ਸਾਡੇ ਜਥੇਦਾਰ ਨੇ ਬਾਬਾ ਗੁਰਜੰਟ ਸਿੰਘ ਜੀ, ਦੇਰ ਰਾਤ ਤੱਕ ਡਟੇ ਰਹੇ ਨੇ। ਬਰੇਲੀ ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜੇ ਘਾਇਲ ਜਿਨ੍ਹਾਂ ਦਾ ਟ੍ਰੀਟਮੈਂਟ ਚੱਲ ਰਿਹਾ ਉੱਥੇ ਇਲਾਜ ਨਹੀਂ ਸੀ ਹੋ ਪਾ ਰਿਹਾ ਤਰੀਕੇ ਦੇ ਨਾਲ, ਤੇ ਉਹਨਾਂ ਨੇ ਰਾਤ ਨੂੰ ਹੀ ਉੱਥੋਂ ਦੀ ਰੈਫਰ ਕਰਾ ਕੇ ਰੁਦਰਪੁਰ ਦੇ ਵਿੱਚ ਐਡਮਿਟ ਕਰਾਇਆ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਰਾਤ ਨੂੰ ਹੀ ਉੱਥੇ ਬਰੇਲੀ ਦੇ ਵਿੱਚ ਸਾਨੂੰ ਜਾਣਕਾਰੀ ਮਿਲੀ ਹੈ ਕਿ 3 ਲੱਖ ਦਾ ਜਿਹੜਾ ਉਹਨਾਂ ਨੇ ਬਿੱਲ ਬਣਾਇਆ ਸੀ ਉਹ ਆਪਣੇ ਵੱਲੋਂ ਦੇ ਕੇ ਥੋੜ੍ਹਾ ਬਹੁਤ ਥੱਲੇ ਕਰਾ ਕੇ ਉਹਨਾਂ ਨੇ ਤੁਰੰਤ ਹੀ ਉੱਥੋਂ ਦੀ ਰੈਫਰ ਕਰਾ ਕੇ ਰੁਦਰਪੁਰ ਦੇ ਵਿੱਚ ਐਡਮਿਟ ਕਰਾਇਆ। ਕਿ ਉਹਨਾਂ ਨੇ ਕਿਹਾ ਕਿ ਪਹਿਲਾ ਜਿਹੜਾ ਪ੍ਰਾਇਓਰਟੀ ਹੈ ਉਹ ਜਿਹੜੇ ਘਾਇਲ ਨੇ ਉਹਨਾਂ ਦੀ ਜਾਨ ਬਚਾਉਣਾ ਹੈ ਵੀ ਕਿਸੇ ਤਰ੍ਹਾਂ, ਕਿਉਂਕਿ ਜਦੋਂ ਸਮੇਂ ਸਿਰ ਇਲਾਜ ਮਿਲ ਜਾਂਦਾ ਤੇ ਬਹੁਤ ਹੀ ਇੱਕ ਉਮੀਦ ਰਹਿੰਦੀ ਹੈ ਕਿ ਇਹਨਾਂ ਹਾਦਸਿਆਂ ਦੇ ਵਿੱਚ ਉਹਨਾਂ ਦੀ ਜਾਨ ਬਚਾਈ ਜਾ ਸਕੇ ਜਿਹੜੇ ਫੱਟੜ ਹੁੰਦੇ ਨੇ। ਸੋ ਉਹਨਾਂ ਨੇ ਵੀ ਬਹੁਤ ਵਧੀਆ ਇਸ ਵਾਰ ਜਿਹੜਾ ਆਪਣਾ ਰੋਲ ਅਦਾ ਕੀਤਾ ਇਸ ਹਾਦਸੇ ਦੇ ਵਿੱਚ। ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ, ਇਹ ਹਾਦਸੇ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਤੁਸੀਂ? NHI ਨੂੰ ਉਸ ਜਗ੍ਹਾ ਤੇ ਜਿਹੜਾ ਯੂ ਟਰਨ ਹੈ ਉਹਨੂੰ ਠੀਕ ਤਰੀਕੇ ਨਾਲ ਤੋਂ ਚੌਰਾਹਾ ਬਣਾਉਣਾ ਚਾਹੁੰਦਾ ਤੇ ਅਕਸਰ ਇਹੋ ਜਿਹੇ ਹਾਦਸੇ ਹੋ ਰਹੇ ਨੇ। ਔਰ ਉਹ ਪਹਿਲਾਂ ਇਹ ਵੀ ਸਾਨੂੰ ਜੋ ਜਾਣਕਾਰੀ ਮਿਲੀ ਹੈ ਕਿ 2 ਸਕੇ ਭਰਾਵਾਂ ਦੀ ਉੱਥੇ ਮੌਤ ਹੋਈ ਹੈ, ਉਸ ਤੋਂ ਇਲਾਵਾ ਵੀ ਹੋਰ ਕਈ ਘਟਨਾਵਾਂ ਹੋ ਚੁੱਕੀਆਂ। ਜੀ ਉਹਦੇ ਬਾਵਜੂਦ ਫਿਰ ਅਜੇ ਤੱਕ ਉਹਦੀ ਮਤਲਬ ਸਾਰ ਕਿਉਂ ਨਹੀਂ ਲਈ? ਕਿਉਂ ਅਜੇ ਤੱਕ ਪ੍ਰਸ਼ਾਸਨ ਨੇ ਕਿਸੇ ਤਰੀਕੇ ਦੀ ਕੋਈ ਸਾਰ ਨਹੀਂ ਲਈ। ਹੁਣ DM ਸਾਹਿਬ ਨੇ ਕੱਲ ਉੱਥੇ ਸ਼ਾਇਦ ਦੇਖਿਆ ਹੈ, ਹੁਣ ਸ਼ਾਇਦ ਉੱਥੇ ਚੌਰਾਹਾ ਬਣਾਉਣਗੇ, ਕੁਛ ਕਰਨਗੇ। ਬਹੁਤ ਲਗਾਤਾਰ ਘਟਨਾਵਾਂ ਹੋ ਰਹੀਆਂ। ਪ੍ਰਸ਼ਾਸਨ ਨੂੰ ਇਹਨੂੰ ਪਹਿਲਾਂ ਤੋਂ ਹੀ ਸਾਰ ਲੈਣੀ ਚਾਹੀਦੀ ਸੀ। ਐਸੇ ਬਹੁਤ ਸਾਰੇ ਯੂ ਟਰਨ ਨੇ ਜਿੱਥੇ ਐਕਸੀਡੈਂਟ ਜ਼ੋਨ ਬਣਿਆ ਪਿਆ। ਜਦੋਂ ਦਾ ਨਵਾਂ NH ਬਣਿਆ ਉਹਦੇ ਬਾਅਦ ਕਈ ਜਗ੍ਹਾ ਇਹੋ ਜਿਹੀਆਂ ਨੇ NH ਤੇ ਜਿੱਥੇ ਘਟਨਾਵਾਂ ਹੋ ਰਹੀਆਂ ਲਗਾਤਾਰ। ਦੇਖੋ ਕਿਸੇ ਦੀ ਲਾਪਰਵਾਹੀ ਦਾ ਖਾਮਿਆਜ਼ਾ ਜਿਹੜਾ ਹੈ, ਵੇਖੋ ਇਹ ਪਰਿਵਾਰ ਜਿਹੜੇ ਨੇ ਬਰਬਾਦੀ ਤੇ ਮੁਹਾਨੇ ਤੇ ਨੇ। ਵੇਖੋ ਕਈ ਘਰਾਂ ਦੇ ਵਿੱਚ ਦੱਸਿਆ ਜੇ ਇੱਕ ਇਕਲੌਤਾ ਬੱਚਾ ਸੀ ਜਿਹਦੀ ਜਾਨ ਗਈ ਹੈ, ਤੇ ਇੱਕ ਘਰ ਦੇ ਵਿੱਚੋਂ ਇੱਕ 8 ਸਾਲ ਦੀ ਧੀ ਤੇ ਉਹਦੇ ਪਿਓ ਦੀ ਡੈਥ ਹੋ ਗਈ ਹੈ, ਤੇ ਕਈ ਜਿਸ ਤਰ੍ਹਾਂ ਦੇ ਫੱਟੜ ਨੇ ਇਸ ਘਰ ਦੀ। ਸੋ ਇਹ ਘਰ ਜਿਹੜਾ ਇੱਥੇ ਇਹ ਘਰ ਦੀ ਵੀ ਇੱਕ ਬੀਬੀ ਜਿਹੜੀ ਹੈ ਉਹ ਖਤਮ ਹੋਈ ਹੈ। ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਇਸ ਤੁਸੀਂ ਦੇਖੋ ਜਿਨ੍ਹਾਂ ਦੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ। ਸੋ ਇਸ ਤਰ੍ਹਾਂ ਦੇ ਕਈ ਪਰਿਵਾਰ ਇੱਥੇ ਨੇ। ਭਾਈ ਅੱਛਾ, ਉਹਨਾਂ ਜਿਹਨਾਂ ਦੀ ਜਾਨ ਗਈ ਹੈ ਉਹਨਾਂ ਦਾ ਕਸੂਰ ਕੀ ਹੈ? ਹੁਣ ਜਿਹੜੇ ਵਿਚਾਰੇ ਘਾਇਲ ਪਏ ਨੇ, ਕਿਸੇ ਦੀ ਲੱਤ ਟੁੱਟੀ ਹੋਈ ਹੈ, ਕਿਸੇ ਬੱਚੇ ਦੀ, ਕਿਸੇ ਦਾ ਹੱਥ ਟੁੱਟਾ ਹੋਇਆ ਹੈ, ਤੇ ਉਹ ਪਰਿਵਾਰ ਤੇ ਬਿਲਕੁਲ ਤਬਾਹ ਹੋ ਗਏ ਨਾ। ਸਭ ਸਾਰੇ ਜਿੰਨੇ ਵੀ ਪਰਿਵਾਰ ਸੀ ਸਭ ਮੱਧਮ ਤੇ ਗਰੀਬ ਵਰਗ ਦੇ ਲੋਕ ਨੇ। ਕਿਸੇ ਦੀ ਕੋਈ ਵਿਚਾਰੇ ਦੀ ਕੋਈ ਗਲਤੀ ਨਹੀਂ। ਸਭ ਗੁਰੂ ਘਰ ਦੇ ਦਰਸ਼ਨ ਕਰਨ ਲਈ ਜਾ ਰਹੇ ਸੀ ਔਰ ਇੰਨਾ ਵੱਡਾ ਇਹ ਹਾਦਸਾ ਵਾਪਰਿਆ ਹੈ। ਬਹੁਤ ਲੋਕਾਂ ਦੀ ਜਾਨ ਗਈ ਹੈ।
परमात्मा उन्होंने आपदे चरणों के स्टान बख्शे और ਜਿਹੜੇ लोग एडमिट ने हस्पतालों के विच ने वो जल्द तो जल्द ठीक हो सकन और प्रशासन गुरुद्वारा प्रबंधक कमेटियां साड़ियां संस्थावां जथेबंदियां सारियां लगे ने सब मदद कर रहे हैं विशेष तौर पर नानक मत्ता कमेटी गुरुद्वारा बाबा बुढ़ा साहिब सारियां कमेटियां लगियां ने सेवावां भी चल रही ने ये गुरु घर असीं जा रहे हैं इस पिंड का जिहड़ा गुरु घर है बसकर जी का इस गुरु सीएम साहब ने ਜਿਹੜਾ ਮੁਆਵਜ਼ੇ ਦੀ ਘੋਸ਼ਣਾ ਕੀਤੀ ਹੈ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੇ ਲਈ 2-2 ਲੱਖ ਰੁਪਏ ਦੀ ਘੋਸ਼ਣਾ ਕੀਤੀ 2-2 ਲੱਖ ਰੁਪਏ ਬਹੁਤ ਘੱਟ ਨਹੀਂ ਹੈ ਤੁਹਾਡੇ ਕੰਮ 'ਚ ਇਹ ਬਹੁਤ ਆਰਥਿਕ ਰੂਪ ਨਾਲ ਬਹੁਤ ਕਮਜ਼ੋਰ ਲੋਕ ਨੇ 2-2 ਲੱਖ ਦਾ ਮੁਆਵਜ਼ਾ ਬਹੁਤ ਘੱਟ ਹੈ ਕਮ ਸੇ ਕਮ ਜਿਹੜੀ ਗੁਰਦੁਆਰਾ ਨਾਨਕ ਮੱਤਾ ਕਮੇਟੀ ਵੱਲੋਂ ਵੀ ਸਿਫਾਰਿਸ਼ ਕੀਤੀ ਗਈ ਕਿ ਘੱਟੋ ਘੱਟ 10-10 ਲੱਖ ਰੁਪਏ ਇਹਨਾਂ ਜਿਹੜੇ ਲੋਕ ਖਤਮ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਤੇ ਅੱਛਾ ਇੱਕ ਚੀਜ਼ ਹੋਰ ਜਿਹੜਾ ਇਹ ਹਾਦਸਾ ਹੋਇਆ ਹੈ ਉਹ ਹਾਦਸੇ ਵਾਲੀ ਜਗ੍ਹਾ ਜਿਹੜੀ ਯੂਪੀ 'ਚ ਆਉਂਦੀ ਹੈ ਤੇ ਯੂਪੀ ਸਰਕਾਰ ਨੂੰ ਵੀ ਨਹੀਂ ਸੀ ਮੁਆਵਜ਼ਾ ਦੇਣਾ ਚਾਹੀਦਾ ਤੁਹਾਡੇ ਮੁਤਾਬਕ ਵੀ ਚਲੋ ਇਹ ਵਸਨੀਕ ਤਾਂ ਉੱਤਰਾਖੰਡ ਦੇ ਨੇ ਲੇਕਿਨ ਜਿਹੜੀ ਜਗ੍ਹਾ ਤੇ ਹਾਦਸਾ ਹੋਇਆ ਉਹ ਤੇ ਯੂਪੀ ਵਿੱਚ ਆਉਂਦੀ ਹੈ ਨਾ ਯੂਪੀ ਸਰਕਾਰ ਨੇ ਕੱਲ ਦਾ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਘੋਸ਼ਣਾ ਨਹੀਂ ਕੀਤੀ ਨਾ ਹੀ ਇਹਨਾਂ ਇੰਜਰਡ ਲੋਕਾਂ ਦੀ ਹੈਲਥ ਵਾਸਤੇ ਉਹਨਾਂ ਦੇ ਜਿਹੜੇ ਹਸਪੀਟਲਾਂ ਦੇ ਵਿੱਚ ਉਹਨਾਂ ਨੂੰ ਮਦਦ ਕਿਸੇ ਤਰੀਕੇ ਦੀ ਮਦਦ ਮਿਲ ਰਹੀ ਹੈ ਔਰ ਨਾ ਹੀ ਸਰਕਾਰ ਨੇ ਨਾ ਹੀ ਸੀਐਮ ਸਾਹਿਬ ਨੇ ਅਜੇ ਤੱਕ ਯੂਪੀ ਦੇ ਸੀਐਮ ਸਾਹਿਬ ਨੇ ਕੋਈ ਵੀ ਮਦਦ ਦੀ ਅਜੇ ਤੱਕ ਕੋਈ ਵੀ ਮਦਦ ਦੀ पेशकश नहीं की लेकिन पुष्कर सिंह धामी सरकार ने 2-2 लाख रुपए ਜਿਹੜੇ ਲੋਕਾਂ ਨੂੰ ਦਿੱਤਾ ਹੈ ਦੇਣ ਲਈ ਆਖਿਆ ਉਹ ਬਹੁਤ ਘੱਟ ਹੈ ਕਿਉਂਕਿ ਲੋਕ ਬਹੁਤ ਜ਼ਿਆਦਾ ਗਰੀਬ ਨੇ ਔਰ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਔਰ ਕੁਝ 2 ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਇਕਲੌਤੇ ਪੁੱਤਰ ਸੀ ਉਹ ਚਲੇ ਗਏ ਨੇ ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਹਾਦਸਾ ਹੋਇਆ ਹਾਲਾਂਕਿ ਕੱਲ ਜਦੋਂ ਅਸੀਂ ਇਹ ਕਵਰ ਕਰ ਰਹੇ ਸੀ ਯੂਪੀ ਦੇ ਜਿਹੜੇ ਮਾਈਨੋਰਟੀ ਡਿਪਾਰਟਮੈਂਟ ਦੇ ਜਿਹੜੇ ਸਾਡੇ ਮੈਂਬਰ ਨੇ ਸਰਦਾਰ ਪ੍ਰਵਿੰਦਰ ਸਿੰਘ ਜੀ ਉਹਨਾਂ ਦੀ ਮੈਨੂੰ ਕਾਲ ਆਈ ਸੀ ਕਿ ਉਹ ਆਪਣੇ ਵੱਲੋਂ ਪ੍ਰਯਾਸ ਕਰਨਗੇ ਕਿ ਯੂਪੀ ਸਰਕਾਰ ਵੱਲੋਂ ਵੀ ਕਿਉਂਕਿ ਜਿਹੜੀ ਜਗ੍ਹਾ ਜਿਸ ਜਗ੍ਹਾ ਤੇ ਹਾਦਸਾ ਹੋਇਆ ਉਹ ਯੂਪੀ 'ਚ ਪੈਂਦੀ ਹੈ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਉਹ ਯਥਾ ਸੰਭਵ ਪ੍ਰਯਾਸ ਕਰਨਗੇ ਅਸੀਂ ਵੀ ਉਹਨਾਂ ਨੂੰ ਕਿਹਾ ਕਿ ਪਰਿਵਾਰ ਜਿਹੜੇ ਨੇ ਉਹ ਬਹੁਤ ਹੀ ਗਰੀਬ ਨੇ ਤੇ ਤਾਜੀ ਕਮਾਈ ਦਾ ਉਹਨਾਂ ਕੋਲ ਜਰੀਆ ਕੇਵਲ ਕੋਈ ਰੱਜੇ ਪੁੱਜੇ ਨਹੀਂ ਉਹਨਾਂ ਨੇ ਆਸ਼ਵਾਸਨ ਦਿਵਾਇਆ ਕਿ ਉਹ ਜ਼ਰੂਰ ਕਰਨਗੇ ਕੋਸ਼ਿਸ਼ ਗੁਰਦੁਆਰੇ ਸਾਹਿਬ ਆ ਗਏ ਗੁਰਦੁਆਰੇ ਸਾਹਿਬ ਇਧਰ ਟੀਵੀ ਵਾਲੇ ਤੇ ਹਾਲਾਂਕਿ ਸਰਦਾਰ ਪ੍ਰਵਿੰਦਰ ਸਿੰਘ ਜਿਹੜੇ ਨੇ ਉਹਨਾਂ ਨੇ ਆਸ਼ਵਾਸਨ ਸਾਨੂੰ ਦਿੱਤਾ ਹੈ ਕਿ ਉਹ ਯੂਪੀ ਗਵਰਨਮੈਂਟ ਵਿੱਚ ਅਪੀਲ ਕਰਨਗੇ ਕਿ ਇਹਨਾਂ ਨੂੰ ਕੁਝ ਦਿੱਤਾ ਜਾਏ ਅਜੇ ਤੱਕ ਯੂਪੀ ਗਵਰਨਮੈਂਟ ਦੇ ਵੱਲੋਂ ਕੋਈ ਔਪਚਾਰਿਕ ਘੋਸ਼ਣਾ ਇਹੋ ਜਿਹੀ ਨਹੀਂ ਆਈ ਜਿਹਦੇ 'ਚ ਕਿ ਆਰਥਿਕ ਸਹਾਇਤਾ ਇਹਨਾਂ ਨੂੰ ਗਰੀਬਾਂ ਨੂੰ ਜਿਨ੍ਹਾਂ ਦੇ ਸੱਟਾਂ ਲੱਗੀਆਂ ਉਹਨਾਂ ਨੂੰ ਜਿਨ੍ਹਾਂ ਨੂੰ ਇਹੋ ਜਿਹੀ ਕੋਈ ਆਰਥਿਕ ਸਹਾਇਤਾ ਦੀ ਕੋਈ ਵੀ ਅਲੌਸਮੈਂਟ ਉਹਨਾਂ ਵੱਲੋਂ ਨਹੀਂ ਹੋਈ ਅਜੇ ਤੱਕ ਸੋ ਇਹ ਤੁਸੀਂ ਜਿੱਥੇ ਤੱਕ ਤੁਹਾਡੀ ਨਜ਼ਰ ਜਾ ਰਹੀ ਹੈ ਉੱਥੇ ਤੁਹਾਨੂੰ ਸੰਗਤ ਹੀ ਸੰਗਤ ਨਜ਼ਰ ਆ ਰਹੀ ਹੋਣੀ ਹੈ ਤੇ ਇਹ ਉਸ ਪਿੰਡ ਦਾ ਹੁਣ ਅਸੀਂ ਗੁਰੂ ਘਰ ਨੂੰ ਜਾ ਰਹੇ ਹਾਂ ਉੱਥੇ ਦੇ ਤੁਹਾਨੂੰ ਦਿਖਾਉਂਦੇ ਹਾਂ ਉੱਥੇ ਦੇ ਕਿਸ ਤਰ੍ਹਾਂ ਦੀ ਤਸਵੀਰਾਂ ਨੇ ਤੇ ਕਿਹੜੇ ਸਾਡੇ ਭਾਵੇਂ ਸਿਆਸੀ ਆਗੂ ਭਾਵੇਂ ਧਾਰਮਿਕ ਆਗੂ ਇੱਥੇ ਪਹੁੰਚੇ ਨੇ ਤੇ ਇੱਕ ਕੈਬਨਿਟ ਮਿਨਿਸਟਰ ਸੌਰਵ ਬਾਬੂੜਾ ਨੇ ਵੀ ਆਉਣਾ ਸੀ ਸ਼ਾਇਦ ਉਹ ਨਹੀਂ ਪਹੁੰਚੇ ਅਜੇ ਤੱਕ ਨਹੀਂ ਪਹੁੰਚੇ 1 ਵਜੇ ਤੋਂ ਬਾਅਦ ਉਹਨਾਂ ਦਾ ਇੱਥੇ ਪਹੁੰਚਣ ਦਾ ਪ੍ਰੋਗਰਾਮ ਜਿਹੜਾ ਪੇਪਰ ਦੇ ਵਿੱਚ ਕਾਰਜਕ੍ਰਮ ਉਹਨਾਂ ਦਾ ਲਿਖਿਆ ਅਜੇ ਤੱਕ ਤਾਂ ਪਹੁੰਚੇ ਨਹੀਂ ਅੱਛਾ ਅਜੇ ਨਹੀਂ 1 ਵਜੇ ਤੋਂ ਬਾਅਦ ਦਾ ਉਹਨਾਂ ਦਾ ਪ੍ਰੋਗਰਾਮ ਤੇ ਹੋਰ ਸਾਡੇ ਕਿਉਂਕਿ ਮੈਂ ਥੋੜਾ ਜਿਹਾ ਲੇਟ ਆਇਆ ਤੁਸੀਂ ਦੱਸ ਸਕਦੇ ਹੋ ਕਿਹੜੇ ਭਾਵੇਂ ਧਾਰਮਿਕ ਜਾਂ ਸਿਆਸੀ ਆਗੂ ਇੱਥੇ ਪਹੁੰਚੇ ਨੇ ਅੱਜ ਇੱਥੇ ਜਿਹੜੀ ਆਪਣੀ ਤਜਿੰਦਰ ਸਿੰਘ ਵਿਰਕ ਜੀ ਪਹੁੰਚੇ ਨੇ ਇੱਥੇ ਜਿਹੜੇ ਆਪਣੇ ਇੱਕ ਸੈਕਿੰਡ ਇੱਕ ਆ ਸਾਹਮਣੇ ਪਰਿਵਾਰ ਹੈ ਸ਼ਾਇਦ ਇਹਨਾਂ ਇੱਕ ਹੈ ਤੁਸੀਂ ਕੀ ਦੱਸ ਰਹੇ ਹੋ ਕੌਣ ਤਜਿੰਦਰ ਸਿੰਘ ਵਿਰਕ ਜੀ ਪਹੁੰਚੇ ਨੇ ਇੱਥੇ ਜਿਹੜੇ ਪਹੁੰਚੇ ਹੋਏ ਨੇ ਹਾਂਜੀ ਅਮਰਜੀਤ ਸਿੰਘ ਦੇ ਡਾਇਰੈਕਟਰ ਨੇ ਨਾਨਕ ਮੱਤਾ ਸਾਹਿਬ ਨਿਰਮਲ ਸਿੰਘ ਡਾਇਰੈਕਟਰ ਨਾਨਕ ਮੱਤਾ ਸਾਹਿਬ ਔਰ ਕਾਫੀ ਸਿੱਖ ਸੰਗਤ ਗੁਰਦੁਆਰਾ ਆਗਰਾ ਵਾਲੇ ਗੁਰਦੁਆਰਾ ਵਾਲੇ ਦੇ ਬਾਬਾ ਜੀ ਉਹ ਵੀ ਪਹੁੰਚੇ ਹੋਏ ਨੇ ਰਾਧਾ ਸਵਾਮੀ ਸੰਸਥਾ ਦੇ ਇੱਛਾ ਦੇ ਲੋਕ ਵੀ ਪਹੁੰਚੇ ਹੋਏ ਨੇ ਕਾਫੀ ਸੰਸਥਾਵਾਂ ਸਭ ਸੰਸਥਾਵਾਂ ਗੁਰੂ ਘਰ ਜਿੰਨੇ ਵੀ ਟਰਸਟ ਨੇ ਸਭ ਕਾਫੀ ਮਦਦ ਕਰਦੇ ਬਾਬਾ ਬੁੱਢਾ ਸਾਹਿਬ ਜੀ ਤਰਫੋਂ ਲੰਗਰ ਬਾਬਾ ਬੁੱਢਾ ਸਾਹਿਬ ਜੀ ਨਾਨਕ ਮੱਤਾ ਸਾਹਿਬ ਜੀ ਵੱਲੋਂ ਲੰਗਰ ਦੀ ਸੇਵਾ ਸਭ ਤਰ੍ਹਾਂ ਸੰਗਰ ਦੀ ਸੇਵਾ ਚੱਲ ਰਹੀ ਹੈ ਸੋ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਇਹ ਇਹਨਾਂ ਪਰਿਵਾਰ ਦੇ ਲੱਗਦਾ ਕੋਈ ਡੈਥ ਸੋ ਇਹ ਤੁਹਾਨੂੰ ਹੁਣ ਜਿਹੜਾ ਇੱਥੇ ਦਾ ਗੁਰੂ ਘਰ ਹੈ ਉੱਥੇ ਗੁਰੂ ਘਰ ਦੇ ਸਾਹਮਣੇ ਵੀ ਜਿਹੜੀ ਬਹੁਤ ਸੰਗਤ ਮੌਜੂਦ ਹੈ ਇਸ ਵੇਲੇ ਹਜ਼ਾਰਾਂ ਦੀ ਤਾਦਾਦ ਤੇ ਸੰਗਤ ਇੱਥੇ ਪਹੁੰਚੀ ਹੋਈ ਹੈ ਸੋ ਇਹ ਉਹ ਪਿੰਡ ਹੈ ਪਿੰਡ ਬਕਸਰ ਆਪ ਤੁਸੀਂ ਦੇਖ ਸਕਦੇ ਹੋ ਰੰਧਾਵਾ ਸਾਹਿਬ ਜੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਿੰਘ ਸਭਾ ਬਸਗਰ ਇਹ
ਤੁਸੀਂ ਦੇਖ ਰਹੇ ਹੋ ਇਸ ਸਾਹਮਣੇ ਜਿਹੜੀ ਬਹੁਤ ਹੀ ਸੰਗਤ ਮੌਜੂਦ ਹੈ ਇਸ ਵੇਲੇ। ਸਾਹਮਣੇ ਵੀ ਤੁਸੀਂ ਦੇਖ ਰਹੇ ਹੋ, ਇੱਧਰ ਵੀ ਗੁਰੂ ਕੇ ਲੰਗਰ ਦਾ ਇੰਤਜ਼ਾਮ ਕੀਤਾ ਗਿਆ ਸਾਹਮਣੇ। ਕੋਈ ਗੱਲ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ 2 ਘਰ ਅੱਗੇ ਨੇ ਜਿਨ੍ਹਾਂ ਦੇ ਪਰਿਵਾਰਾਂ ਦੀ ਡੈਥ ਹੋਈ ਹੈ। ਸਾਹਮਣੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਗਮਜ਼ਦਾ ਨੇ ਪਰਿਵਾਰ। ਇਸ ਤਰ੍ਹਾਂ ਦੇ ਹਾਲਾਤ ਰੱਬ ਕਿਸੇ ਨੂੰ ਨਾ ਦਿਖਾਵੇ ਕਿ ਮਾਸੂਮ ਬੱਚਿਆਂ ਸਮੇਤ ਕਈ ਜਾਨਾਂ ਜਿਹੜੀਆਂ ਅਨਮੋਲ ਜਾਨਾਂ ਗਈਆਂ। ਇੱਕ ਇਹ ਸ਼ਾਇਦ ਇਹ ਭੈਣ ਜੀ ਨੇ, ਇਹਨਾਂ ਦੇ ਬੱਚੇ ਦੀ, ਇਹਨਾਂ ਦੀ ਜਿਹੜੀ ਸਾਹਮਣੇ ਭੈਣ ਜੀ ਨੇ, ਇਹਨਾਂ ਦੇ ਹਸਬੈਂਡ ਅਤੇ ਇਹਨਾਂ ਦੀ ਬੇਟੀ ਦੀ ਡੈਥ ਹੋਈ ਹੈ। ਬਹੁਤ ਹੀ ਦੁਖਦ, ਸ਼ਬਦ ਸਾਡੇ ਕੋਲ ਮੁੱਕ ਜਾਂਦੇ ਨੇ, ਲਫ਼ਜ਼ ਨਹੀਂ ਹੈਗੇ ਕਿ ਅਸੀਂ ਤੁਹਾਨੂੰ ਬਿਆਨ ਕਰੀਏ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਨਹੀਂ ਹਾਂ, ਇੱਕ ਸੈਕਿੰਡ। ਸੋ ਸੰਗਤ ਜੀ, ਹੁਣ ਅਸੀਂ ਇਸ ਲਾਈਵ ਨੂੰ ਇੱਥੇ ਵਿਰਾਮ ਦੇਣ ਜਾ ਰਹੇ ਹਾਂ। ਕੱਲ੍ਹ ਵੀ ਅਸੀਂ ਤੁਹਾਨੂੰ ਪੂਰੀ ਅਪਡੇਟ ਜਿਹੜੀ ਹੈ ਸਾਂਝੀ ਕੀਤੀ ਹੈ, ਜਿਹੜਾ ਇਹ ਹਾਦਸਾ ਹੋਇਆ ਹੈ। ਸੋ ਸ਼ਬਦ ਜਿਹੜੇ ਇੱਥੇ ਦੇ ਅਸੀਂ ਬਿਆਨ ਨਹੀਂ ਕਰ ਸਕਦੇ ਕਿਸ ਤਰ੍ਹਾਂ ਦਾ ਮੰਜ਼ਰ ਹੈ, ਕਿਉਂਕਿ ਕੱਲ੍ਹ ਵੀ ਜਿਹੜੀ ਉਹ ਤਸਵੀਰਾਂ ਸੀ ਬਹੁਤ ਦੁੱਖ ਦਿੰਦੀਆਂ ਸੀ। ਜਿਨ੍ਹਾਂ ਨੇ ਵੀ ਉਹ ਤਸਵੀਰਾਂ ਦੇਖੀਆਂ ਨੇ ਉਹ ਸ਼ਾਇਦ ਉਹਨਾਂ ਨੂੰ ਕਦੇ ਨਹੀਂ ਭੁੱਲਣਗੀਆਂ ਕਿ ਕਿੰਨਾ ਹਾਲਾਤਾਂ ਦੇ ਵਿੱਚ ਉਹ ਮੰਜ਼ਰ ਰਿਹਾ ਹੋਣਾ ਜਿਸ ਵੇਲੇ ਉਹ ਟਰਾਲੀ ਪਲਟਦੀ ਹੈ। ਛੋਟੇ ਛੋਟੇ ਉਹਦੇ ਵਿੱਚ ਬੱਚੇ ਮੌਜੂਦ ਸੀ। ਸਾਡੀਆਂ ਭੈਣਾਂ ਦੇ ਹੱਥਾਂ ਦੇ ਵਿੱਚ ਜਿਹੜੇ ਖੇਡਦੇ ਬੱਚੇ ਹੁੰਦੇ ਆ, ਦੁੱਧ ਪੀਂਦੇ ਬੱਚੇ, ਉਹ ਵੀ ਉੱਥੇ ਉਹਨਾਂ ਦੇ ਨਾਲ ਸੀ। ਕਿਉਂਕਿ ਗੁਰੂ ਘਰ ਦੇ ਦਰਸ਼ਨਾਂ ਨੂੰ ਜਦੋਂ ਸੰਗਤ ਤੁਰਦੀ ਹੈ ਤੇ ਕਈਆਂ ਦੇ ਪਰਿਵਾਰ ਦਾ ਪੂਰਾ ਟੱਬਰ ਜਿਹੜਾ ਉਸ ਟਰਾਲੀ ਦੇ ਵਿੱਚ ਮੌਜੂਦ ਸੀ। ਜਦੋਂ ਅਸੀਂ ਉਹ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਸੀ, ਅਸੀਂ ਉੱਥੇ ਜਦੋਂ ਦੇਖਿਆ ਕਿਸੇ ਦਾ ਦੁੱਧ ਵਾਲਾ ਡੋਲੂ ਉੱਥੇ ਪਿਆ ਸੀ, ਕੋਈ ਖੀਰ ਲੈ ਕੇ ਜਾ ਰਿਹਾ ਸੀ, ਕੋਈ ਕੀ ਲੈ ਕੇ ਜਾ ਰਿਹਾ ਸੀ, ਕਿਸੇ ਦੀ ਕੀ ਮੰਨਤ ਸੀ। ਲੇਕਿਨ ਗੁਰੂ ਘਰ ਪਹੁੰਚਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇੱਕ ਜਿਹੜੀ ਟਰੈਕਟਰ ਟਰਾਲੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਅੱਜ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਇਸ ਦੁੱਖ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ, ਇੱਥੇ ਆ ਕੇ ਸਾਡੇ ਇਸ ਚੈਨਲ ਦੇ ਮਾਧਿਅਮ ਦੇ ਨਾਲ ਤੁਹਾਨੂੰ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਘਰ ਬੈਠਿਆਂ ਹੀ ਇਹਨਾਂ ਦੇ ਪਰਿਵਾਰਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਨੂੰ ਜੋੜੀਏ। ਸਾਰੇ ਰਲ ਮਿਲ ਕੇ ਆਪਾਂ ਅਰਦਾਸ ਜ਼ਰੂਰ ਕਰੀਏ ਕਿ ਇਹਨਾਂ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਇਸ ਹਾਦਸੇ ਦੇ ਵਿੱਚ, ਉਹਨਾਂ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਹਿੰਮਤ, ਤਾਕਤ, ਬਲ ਬਖਸ਼ਣ ਕਿ ਇਸ ਭਾਣੇ ਨੂੰ ਹੱਸਦੇ ਹੋਏ ਉਹਨਾਂ ਦੀ ਰਜ਼ਾ ਦੇ ਵਿੱਚ ਰਹਿ ਸਕਣ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।